हाँ जी, सत श्री अकाल जी। स्वागत है ਤੁਹਾਡਾ ਇੱਕ ਵਾਰ ਫਿਰ ਤੋਂ ਰੇਸ ਅਕੈਡਮੀ ਅਫੀਸ਼ੀਅਲ ਦੇ ਉੱਤੇ। ਮੇਰਾ ਨਾਮ ਹੈ ਪ੍ਰਸ਼ੋਤਮ ਸੰਧੂ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡੀ ਚੱਲ ਰਹੀ ਹੈ ਰੀਜ਼ਨਿੰਗ ਐਮਸੀਕਿਊ ਸੀਰੀਜ਼। ਸੋ ਅੱਜ ਉਹਦਾ ਇੱਕ ਨਵਾਂ ਪਾਰਟ, ਨਵਾਂ ਅਧਿਆਇ, ਜਿਸ ਦੇ ਵਿੱਚ ਕਰਾਂਗੇ ਆਪਾਂ ਮਿਸਲੀਨੀਅਸ ਕੁਐਸਚਨ। ਸੋ ਦੇਖਾਂਗੇ ਆਪਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ, ਲਾਈਕ ਸ਼ੇਅਰ ਜਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਬਾਕੀ ਰੇਸ ਅਕੈਡਮੀ ਅਫੀਸ਼ੀਅਲ ਦੀ ਐਪਲੀਕੇਸ਼ਨ ਇੰਸਟਾਲ ਕਰੋ ਪਲੇ ਸਟੋਰ ਦੇ ਉੱਤੇ। ਤੇ ਅਗਰ ਤੁਸੀਂ ਤਿਆਰੀ ਨੂੰ ਆਪਣੇ ਫਾਊਂਡੇਸ਼ਨ ਤੋਂ ਜਿਹੜਾ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜਿਹੜਾ ਜੁੜ ਸਕਦੇ ਹੋ। ਬਾਕੀ ਅਗਰ ਤੁਹਾਡੀ ਕੋਈ ਵੀ ਹੋਰ ਕੁਐਰੀਜ਼ ਆ ਤਾਂ ਤੁਸੀਂ 7986906566 ਦੇ ਉੱਤੇ ਜਿਹੜਾ ਕਾਲ ਕਰ ਸਕਦੇ ਹੋ। ਅਗਰ ਅਲਟਰਨੇਟਿਵ ਨੰਬਰ ਤੁਸੀਂ ਇਹ ਬਿਜ਼ੀ ਹੋਵੇ ਜਾਂ ਇਸ ਤੇ ਕਾਲ ਪਿਕ ਨਾ ਹੋਵੇ ਤਾਂ ਤੁਸੀਂ ਇਸ ਤੇ ਜਿਹੜਾ ਕਰ ਸਕਦੇ ਹੋ। ਬਾਕੀ ਹੋਰ ਸੁਜੈਸ਼ਨ ਦੇ ਲਈ ਮੈਂ ਤੁਹਾਨੂੰ ਦੱਸਾਂਗੀ, ਅਗਰ ਤੁਸੀਂ ਸੈਲਫ ਸਟੱਡੀ ਜਿਹੜਾ ਉਹਦੇ ਵਿੱਚ ਬਲੀਵ ਰੱਖਦੇ ਹੋ, ਫਾਊਂਡੇਸ਼ਨ ਤੁਹਾਡੀ ਕੰਪਲੀਟ ਹੋ ਚੁੱਕੀ ਹੈ, ਤਾਂ ਤੁਸੀਂ ਇਹ ਬੁੱਕ ਰეკਮੈਂਡੇਸ਼ਨ ਮੈਂ ਤੁਹਾਨੂੰ ਕਰਦਾ ਕਿ PPSC GS ਗਾਈਡ ਹੈ ਜਿਹੜੀ 2 ਵੋਲੀਅਮ ਹੈ ਇਹਦੇ, ਵੋਲੀਅਮ 1 ਐਂਡ ਵੋਲੀਅਮ 2 PCS ਪ੍ਰੀਲਿਮਸ ਤੱਕ ਦੀ ਜਿਹੜੀ ਤੁਸੀਂ ਤਿਆਰੀ ਇਸ ਤੋਂ ਕਰ ਸਕਦੇ ਹੋ। ਕਰੰਟ ਅਫੇਅਰ ਨੂੰ ਛੱਡ ਕੇ ਇਸ ਤੋਂ ਇਲਾਵਾ ਇਹਦੇ ਵਿੱਚ ਸਭ ਕੁਝ ਹੈ। ਬਾਕੀ ਕਰੰਟ ਅਫੇਅਰ ਦੇ ਲਈ ਵੀ ਤੁਹਾਨੂੰ ਡੇਲੀ ਮੈਗਜ਼ੀਨ ਜਿਹੜੀਆਂ ਆ ਉਹ ਮੈਗਜ਼ੀਨ, ਮੰਥਲੀ ਮੈਗਜ਼ੀਨ ਮਿਲਦੀ ਹੈ, ਤੁਹਾਨੂੰ ਡੇਲੀ PDF ਮਿਲਦੀਆਂ। ਇਹ ਸਾਰਾ ਕੁਝ ਤੁਹਾਨੂੰ ਫ੍ਰੀ ਆਫ ਕਾਸਟ ਜਿਹੜਾ ਆ ਐਪਲੀਕੇਸ਼ਨ ਦੇ ਉੱਤੇ ਅਵੇਲੇਬਲ ਆ। ਇਹ ਤੁਸੀਂ ਜਾ ਕੇ ਉੱਥੇ ਜਿਹੜਾ ਦੇਖ ਸਕਦੇ ਆ। ਦੈਨ ਉਸ ਤੋਂ ਬਾਅਦ ਜਿਹੜੇ ਕੁਇਜ਼ਿਜ਼ ਆ ਉਹ ਵੀ ਤੁਹਾਨੂੰ ਜਿਹੜੇ ਉੱਥੇ ਮਿਲਦੇ ਆ। ਸੋ ਰੇਸ ਅਕੈਡਮੀ ਅਫੀਸ਼ੀਅਲ ਦੀ ਐਪਲੀਕੇਸ਼ਨ ਨੂੰ ਇੰਸਟਾਲ ਕਰੋ। ਬਾਕੀ ਸਾਡੇ ਜਿਹੜੇ ਚਾਹੇ ਸਟੈਟਿਕ ਪੋਰਸ਼ਨ ਦੇ 10 ਕੁਐਸਚਨ ਹੋਵੇ, ਚਾਹੇ ਤੁਹਾਡੇ ਰੀਜ਼ਨਿੰਗ ਦੇ ਅਲੱਗ ਤੋਂ ਹੋਣ ਜਿਹੜੇ, ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ। ਬਾਕੀ ਬੁੱਕ ਮੈਂ ਤੁਹਾਨੂੰ ਕਹੂੰਗਾ ਕਿ ਰੀਜ਼ਨਿੰਗ ਯੂਨੀਵਰਸ, ਮੈਥ ਯੂਨੀਵਰਸ, ਮੈਂਸੂਰੇਸ਼ਨ, ਪਟਵਾਰੀ ਦੇ ਲਈ ਰਾਮਬਾਣ ਇਲਾਜ ਤੁਸੀਂ ਕਹਿ ਸਕਦੇ ਆ। ਇੰਗਲਿਸ਼ ਯੂਨੀਵਰਸ ਹੋ ਗਿਆ। ਦੈਨ ਅਗਰ ਤੁਹਾਡਾ ਦਿਲੀ ਇੱਛਾ ਹੈ ਕਿ ਤੁਸੀਂ ਆਉਣਾ ਚਾਹੁੰਦੇ ਜਿੱਥੇ ਆਪਾਂ ਵੀਡੀਓ ਜਿਹੜਾ ਤੁਹਾਡੇ ਸਾਹਮਣੇ ਆਪਾਂ ਪੈਨਲ ਤੇ ਪੜ੍ਹਾ ਰਹੇ ਹਾਂ, ਅਗਰ ਤੁਸੀਂ ਜਾਂ ਹੋਰ ਵੀ ਸਰ ਨੂੰ ਮਿਲਣਾ ਹੋਵੇ ਤਾਂ ਤੁਸੀਂ ਆ ਸਕਦੇ ਹੋ। ਸਟਰੀਟ ਨੰਬਰ 21 ਘੋੜਾ ਚੌਂਕ 140 ਰੋਡ ਬਠਿੰਡਾ ਨੀਅਰ ਅਜੀਤ ਰੋਡ, ਤੁਸੀਂ ਫੌਜੀ ਚੌਂਕ ਵਾਲੇ ਪਾਸਿਓਂ ਵੀ ਜਿਹੜਾ ਉਹ ਆ ਸਕਦੇ ਹੋ। ਸੋ ਚੱਲਦੇ ਹਾਂ ਆਪਾਂ ਪਹਿਲਾ ਕੁਐਸਚਨ ਤੁਹਾਡਾ ਕਲੌਕ ਐਰਰ ਦਾ ਹੈ। ਸੋ ਕਲੌਕ ਐਰਰ ਦਾ ਆਪਾਂ ਕੁਐਸਚਨ ਤੁਸੀਂ ਦੇਖਿਆ ਹੋਣਾ, ਕਿਤੇ ਨਾ ਕਿਤੇ ਕੁਐਸਚਨ ਤੁਹਾਨੂੰ ਦੇਖਿਆ ਜਾਂ ਜ਼ਰੂਰ ਲੱਗੂਗਾ। ਸੋ ਇਹ ਉਹ ਇਦਾਂ ਦੇ ਕੁਐਸਚਨ ਹੁੰਦੇ ਜਿਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਅਟਕਣ ਮਹਿਸੂਸ ਕਰ ਜਾਂਦੇ ਹਾਂ। ਸੋ ਦੇਖਾਂਗੇ ਆਪਾਂ ਇਹਨਾਂ ਕੁਐਸਚਨਾਂ ਨੂੰ ਕਿਵੇਂ ਸੋਲਵ ਕਰੀਦਾ। ਸਭ ਤੋਂ ਪਹਿਲਾਂ ਤਾਂ ਕੁਐਸਚਨ ਦਾ ਨੇਚਰ ਪਤਾ ਲੱਗਣਾ ਚਾਹੀਦਾ ਕਿ ਘੜੀ ਸਾਡੀ ਫਾਸਟ ਹੈ ਜਾਂ ਸਲੋ ਆ। ਸੋ ਸਾਨੂੰ ਪਤਾ ਲੱਗੂਗਾ ਕਿ ਇਹ ਵਾਚ slow by 3 ਸੈਕਿੰਡ in the 4 minute if the clock shows right 8 ਵਜੇ ਕਹਿੰਦੇ ਉਹ ਸਹੀ ਟਾਈਮ ਦਿਖਾਉਂਦੀ ਪਈ ਹੈ। then what it will be show 11 PM on the same day। ਉਹਨਾਂ ਨੇ ਇੱਕ ਚੀਜ਼ ਧਿਆਨ ਦੇ ਨਾਲ ਸਮਝਿਓ, ਆਪਸ਼ਨ ਤੁਹਾਡੇ ਬਹੁਤ ਕਰੀਬੀ ਆ। ਜਾਂ ਤਾਂ ਇਹ ਹੋਊਗਾ, ਚਲੋ ਆਹ ਤੁਹਾਨੂੰ ਮੈਂ ਕਹਿਤਾ ਕਿ ਤੁਹਾਡੇ 2 ਆਪਸ਼ਨ ਨਹੀਂ। ਇਹ ਚੀਜ਼ ਮੈਂ ਕਿਉਂ ਦੱਸੀ ਤੁਹਾਨੂੰ, ਕਿਉਂਕਿ ਤੁਹਾਨੂੰ ਆਨਸਰ ਪਿਕ ਕਰਨ ਵੇਲੇ, ਆਨਸਰ ਕੱਢ ਕੇ ਵੀ ਆਨਸਰ ਲਾਉਣ ਵੇਲੇ ਦਿੱਕਤ ਹੋ ਸਕਦੀ ਆ। ਉਹਨਾਂ ਨੇ ਕਿਹਾ ਕਿ ਜਦੋਂ 11 ਵਜੇ ਹੋਣਗੇ ਤਾਂ ਉਦੋਂ ਕੀ ਟਾਈਮ ਹੋਇਆ ਹੋਊਗਾ, ਕਿਉਂਕਿ ਘੜੀ ਸਾਡੀ ਸਲੋ ਚੱਲਦੀ ਹੈ। ਸੋ ਆਪਾਂ ਸਲੋ ਟਾਈਮ ਲਵਾਂਗੇ। ਇਹੀ ਸਾਡਾ ਇਹਦਾ ਮੇਜਰ ਕਨਸੈਪਟ ਹੈ, ਕਿਉਂਕਿ ਦੋਨੋਂ ਆਪਸ਼ਨ ਉਹਨਾਂ ਨੇ ਜਿਹੜੇ ਰਲਦੇ ਮਿਲਦੇ ਹੀ ਉਹ ਇਹਨਾਂ ਦੇ ਸਾਨੂੰ ਦਿੱਤੇ ਹੋਏ ਆ। ਸੋ ਆਪਾਂ ਦੇਖਾਂਗੇ ਨੇਚਰ, ਆਪਾਂ ਯੂਨਿਟਰੀ ਮੈਥਡ ਦੇ ਨਾਲ ਸ਼ੁਰੂ ਕਰਾਂਗੇ। ਸੋ ਘੜੀ ਸਾਡੀ ਸਲੋ ਹੈ, ਇਹਦਾ ਮਤਲਬ ਟਾਈਮ ਅਗਰ 11 ਵਜੇ ਹੋਣਗੇ ਤਾਂ 11 ਵਜੇ ਤੋਂ ਘੱਟ ਹੀ ਹੋਊਗਾ। 11 ਵਜੇ ਤੋਂ ਘੱਟ ਸਾਡੇ ਕੋਲ 3 ਟਾਈਮ ਆ। ਬਾਕੀ ਆਪਾਂ ਕੈਲਕੂਲੇਸ਼ਨ ਕਰ ਲਵਾਂਗੇ ਕਿ ਕਿਵੇਂ ਸਾਡਾ ਇਹ ਆਉਂਦਾ। ਯੂਨਿਟਰੀ ਮੈਥਡ ਦੀ ਆਪਾਂ ਗੱਲ ਕਰਦੇ ਹਾਂ। ਸੋ ਆਪਾਂ ਦੇਖਾਂਗੇ ਕਿ 4 ਮਿੰਟ ਦੇ ਵਿੱਚ ਜਿਹੜੀ ਘੜੀ ਆ ਉਹ 3 ਸੈਕਿੰਡ ਜਿਹੜੀ ਸਲੋ ਹੁੰਦੀ ਪਈ ਆ। 1 ਮਿੰਟ ਥੋੜ੍ਹਾ ਜਿਹਾ ਮਾਹੌਲ ਆਪਾਂ ਠੰਡਾ ਕਰ ਲਈਏ। ਹਾਂਜੀ, ਸੋ 4 ਮਿੰਟ ਦੇ ਵਿੱਚ ਉਹ 3 ਸੈਕਿੰਡ ਸਲੋ ਹੁੰਦੀ ਹੈ। ਤਾਂ ਇਹਨੂੰ ਮੈਂ ਅਗਰ ਘੰਟੇ ਦੀ ਫਾਰਮ ਦੇ ਵਿੱਚ ਬਣਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਇਹਨੂੰ ਮੈਂ 15 ਦੇ ਨਾਲ ਮਲਟੀਪਲਾਈ ਕਰਾਂ। ਇਹਦਾ ਮਤਲਬ ਕੀ ਆ, ਇਹ 60 ਮਿੰਟ ਦੇ ਵਿੱਚ ਵੀ ਇੱਧਰ ਵੀ ਮੈਂ 15 ਦੇ ਨਾਲ ਗੁਣਾ ਕਰੂੰਗਾ। 60 ਮਿੰਟ ਦੇ ਵਿੱਚ ਇਹ ਜਿਹੜਾ ਓਵਰਆਲ 45 ਸੈਕਿੰਡ ਦਾ ਜਿਹੜਾ ਲਾਸ ਕਰ ਰਹੀ ਹੈ, ਇਹ ਲਾਸ ਕਰਦੀ ਪਈ ਹੈ। ਇਸ ਕਰਕੇ ਇਹਨੂੰ ਮੈਂ ਮਾਈਨਸ ਦੇ ਨਾਲ ਬ੍ਰੈਕਟ ਦੇ ਵਿੱਚ ਤੁਹਾਨੂੰ ਦਿਖਾਉਣਾ ਪਿਆ, ਕਿਉਂਕਿ ਇੰਨਾ ਟਾਈਮ ਘੱਟ ਹੋਇਆ। ਅਗਰ ਤੁਹਾਡੇ ਕੀ ਕਹਿ ਲਓ, ਫੋਰ ਐਗਜ਼ਾਮਪਲ ਤੁਹਾਡਾ 60 ਮਿੰਟ ਪੂਰੇ ਹੋਏ ਹੋਣ, ਇੱਧਰੋਂ ਜੇ ਮੈਂ ਕਹਿ ਦੇਵਾਂ ਕਿ 60 ਮਿੰਟ ਤੁਹਾਡੇ ਪੂਰੇ ਹੋਏ ਹੋਣ ਤਾਂ ਦੈਨ ਤੁਹਾਡਾ ਇੱਥੇ 45 ਸੈਕਿੰਡ ਜਿਹੜੇ ਘੱਟ ਹੋਏ ਹੋਣਗੇ, ਜਿਹਦਾ ਮਤਲਬ ਕੀ ਆ 58 ਵੱਜ ਕੇ ਕਿੰਨਾ ਤੁਹਾਡਾ 58 ਮਿੰਟ ਤੇ ਅਗਰ ਐਕਚੁਅਲ ਕਲੌਕ ਤੁਹਾਡਾ ਇੰਨਾ ਟਾਈਮ ਦਿਖਾਉਂਦਾ ਪਿਆ ਤਾਂ ਜਿਹੜਾ ਇਹ ਤੁਹਾਡਾ ਇਹ ਵਾਲਾ ਕਲੌਕ ਆ ਉਹ ਟਾਈਮ ਕਿੰਨਾ ਦਿਖਾ ਦੂਗਾ, ਕਿਉਂਕਿ ਇਹ ਸਲੋ ਆ 45 ਸੈਕਿੰਡ। ਸੋ ਇਹ ਇਹਦੀ ਪੂਰੀ ਕਹਾਣੀ ਆ। ਅਗਰ ਐਕਚੁਅਲ ਦੇ ਵਿੱਚ ਤੁਹਾਡਾ 1 ਘੰਟਾ ਹੋਇਆ ਤਾਂ ਦੈਨ ਅਸਲ ਤੁਹਾਨੂੰ ਜਿਹੜੀ ਇਹ ਘੜੀ ਆ ਉਹ ਕਿੰਨਾ ਦਿਖਾਊਗੀ 58 ਮਿੰਟ 45 ਸੈਕਿੰਡ। ਅਗਰ 59 ਆਊਗਾ ਇੱਥੇ, ਹਾਂਜੀ 59 ਮਿੰਟ 59 ਮਿੰਟ 15 ਸੈਕਿੰਡ ਇਹ ਤੁਹਾਨੂੰ ਜਿਹੜਾ ਟਾਈਮ ਦਿਖਾਊਗੀ, ਕਿਉਂਕਿ 45 ਸੈਕਿੰਡ ਇਹ ਸਲੋ ਆ। ਸੋ ਇਹ ਤੁਹਾਡਾ ਓਵਰਆਲ ਬੇਸਿਕ ਜਿਹਾ ਕੰਸਰਨ ਸੀਗਾ ਕਿ ਕਿਵੇਂ ਘੜੀ ਸਾਡੀ ਜਿਹੜੀ, ਕਿਉਂਕਿ ਆਪਾਂ 11 ਵਜੇ ਦੇ ਵਿੱਚ ਵੀ ਤੁਹਾਨੂੰ ਮੈਂ ਦੱਸਿਆ। ਸੋ ਆਪਾਂ ਦੇਖ ਲਵਾਂਗੇ ਕਿ ਹੁਣ ਇਹਦਾ ਮਤਲਬ ਕੀ ਆ ਗਿਆ ਸਾਡੇ ਕੋਲ। ਇਹ 1 ਘੰਟੇ ਦੇ ਵਿੱਚ, ਕਿਉਂਕਿ 60 ਮਿੰਟ ਇਜ਼ ਇਕੁਅਲ ਟੂ 1 ਘੰਟਾ, ਦੈਨ 45 ਸੈਕਿੰਡ ਦੀ ਇਹ ਗੱਲ ਕਰਦੇ, 45 ਸੈਕਿੰਡ ਜਿਹੜੀ ਇਹ ਸਲੋ ਜਿਹੜੀ ਚੱਲਦੀ ਪਈ ਹੈ। ਦੈਨ ਹੁਣ ਉਸ ਤੋਂ ਬਾਅਦ ਦੇਖਾਂਗੇ, ਕਹਿੰਦੇ 8 ਵਜੇ ਉਹ ਜਿਹੜੀ ਸੀਗੀ ਰਾਈਟ ਟਾਈਮ ਸੀਗਾ, ਤਾਂ ਦੈਨ 11 ਵਜੇ ਤੱਕ ਉਹ ਕਿੰਨਾ ਟਾਈਮ ਦਿਖਾਊਗੀ। ਸੋ ਆਪਾਂ ਟਾਈਮ ਕੈਲਕੂਲੇਟ ਕਰਾਂਗੇ। 8 AM ਤੋਂ ਦੇਖਾਂਗੇ
ਸਭ ਤੋਂ ਪਹਿਲਾਂ ਤਾਂ ਆਪਾਂ 8 PM, ਸੋ ਇਹ ਕਿੰਨੇ ਘੰਟੇ ਦਾ ਫਰਕ ਆ, 12 ਘੰਟੇ ਦਾ ਫਰਕ ਆ। ਦੈਨ 11 PM ਹੋਰ ਇਹਦੇ ਵਿੱਚ ਜੋੜਾਂਗੇ ਤਾਂ 3 ਘੰਟੇ ਹੋ ਰਿਹਾ। ਇਹਦਾ ਮਤਲਬ ਓਵਰਆਲ ਮੈਨੂੰ ਕੀ ਦੇਖਣਾ ਪਊਗਾ ਕਿ 15 ਘੰਟਿਆਂ ਦੇ ਵਿੱਚ ਕਿੰਨਾ ਉਹ ਲਾਸ ਕਰਦੀ ਪਈ ਆ। ਸੋ ਓਵਰਆਲ ਇਹ ਪ੍ਰੋਸੈਸ ਆ ਕਿ ਸਵੇਰ ਦੇ 8 AM ਤੋਂ ਲੈ ਕੇ ਜਿਹੜਾ ਸ਼ਾਮ ਦਾ ਜਿਹੜਾ ਆ ਸ਼ਾਮ ਰਾਤ ਦੇ ਜਿਹੜੇ ਆਪਾਂ ਕਹਿ ਲਈਏ, ਜੇ ਸ਼ਾਮ ਦੇ ਕਹਿ ਲਈਏ 11 PM ਤੱਕ ਟਾਈਮ 15 ਘੰਟੇ ਬਣੇ ਆ। ਸੋ 15 ਘੰਟਿਆਂ ਦੇ ਵਿੱਚ ਆਪਾਂ ਦੇਖਾਂਗੇ ਕਿੰਨਾ ਕਰੂਗੀ। ਅਗਰ 1 ਘੰਟੇ ਦੇ ਵਿੱਚ ਇਹ ਇੰਨਾ ਕਰਦੀ ਪਈ ਹੈ ਤਾਂ 15 ਘੰਟਿਆਂ ਦੇ ਲਈ 15 ਨਾਲ ਮਲਟੀਪਲਾਈ ਕਰ ਦੇਵਾਂਗੇ, ਇੱਧਰ ਵੀ 15 ਨਾਲ ਜਿਹੜਾ ਉਹ ਮਲਟੀਪਲਾਈ ਕਰ ਦੇਵਾਂਗੇ। ਸੋ ਕੀ ਕਰਾਂਗੇ ਆਪਾਂ, 15 5 75 ਆ ਜਾਊਗਾ, ਹਾਸਲ ਬੱਚੇ 7, 15 ਚੌਕਾ 60 ਤੇ 7 67। ਸੋ ਇਹ ਸਾਡੇ ਕੋਲ ਜਿਹੜਾ ਡਾਟਾ ਆ ਇਹ ਸੈਕਿੰਡਸ ਦੇ ਵਿੱਚ ਆ। ਕੁਐਸਚਨ ਥੋੜਾ ਉੱਤੇ ਕਰ ਲੈਂਦੇ ਆ, ਸੈਕਿੰਡਸ ਦੇ ਵਿੱਚ ਆ। ਸੋ 15 ਘੰਟੇ ਦੇ ਵਿੱਚ ਇਹ ਓਵਰਆਲ ਕਿੰਨਾ 675 ਸੈਕਿੰਡ ਦਾ ਇਹ ਲਾਸ ਕਰੂਗੀ। ਦੈਨ ਇਹਨੂੰ ਮੈਂ ਕੀ ਕਹੂੰਗਾ, ਇਹਨੂੰ ਮੈਂ ਮਿੰਟਾਂ ਦੇ ਵਿੱਚ ਬਦਲ ਜਾਊਂਗਾ ਕਿਉਂਕਿ ਆਨਸਰ ਮੇਰੇ ਕੋਲ ਮਿੰਟ ਦੀ ਫਾਰਮ ਦੇ ਵਿੱਚ ਲਿਖਿਆ, ਘੰਟੇ ਮਿੰਟ ਸੈਕਿੰਡ ਦੀ ਫਾਰਮ, ਘੰਟੇ ਮਿੰਟ ਸੈਕਿੰਡ, ਘੰਟੇ ਮਿੰਟ ਸੈਕਿੰਡ। ਜਿਹੜੀ ਕਰੀਏ ਆਪਾਂ ਆਰ ਮਿੰਟ ਤੇ ਸੈਕਿੰਡ ਦੇ ਫਾਰਮ ਦੇ ਵਿੱਚ ਜਿਹੜਾ ਸਾਨੂੰ ਡਾਟਾ ਉਹ ਦਿੱਤਾ ਆ HMS ਦੀ ਆਪਾਂ ਗੱਲ ਕਰਦੇ ਆ। ਸੋ ਇਹਨੂੰ ਤੁਸੀਂ 60 ਦੇ ਨਾਲ ਡਿਵਾਈਡ ਵੀ ਕਰ ਸਕਦੇ ਜਾਂ ਬਾਈਫੋਰਕੇਸ਼ਨ ਵੀ ਕਰ ਸਕਦੇ ਆ ਕਿ 660 ਦੇ ਮਲਟੀਪਲ ਦੇ ਵਿੱਚ, ਮਤਲਬ 6 ਦੇ ਮਲਟੀਪਲ ਦੇ ਵਿੱਚ। ਦੈਨ ਇਹ ਕੀ ਹੋ ਜਾਊਗਾ 660 ਪਲੱਸ 15 ਸੈਕਿੰਡ ਐਜ਼ ਇਟ ਇਜ਼ ਰਹਿ ਜਾਊਗਾ। ਹੁਣ ਤੁਹਾਨੂੰ ਪਤਾ ਕਿ 660 ਕਿੰਨਾ ਹੋ ਜਾਊਗਾ ਸਾਡੇ ਕੋਲ 11 ਮਿੰਟ ਦੈਨ 15 ਸੈਕਿੰਡ ਦੀ ਆਪਾਂ ਗੱਲ ਕਰਾਂਗੇ। ਸੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਟਾਰਟਿੰਗ ਦੇ ਵਿੱਚ ਇਹੀ ਸਾਡਾ ਓਵਰਆਲ ਸਾਡਾ ਇਹ ਆਨਸਰ ਆਇਆ ਕਿ 15 ਘੰਟਿਆਂ ਦੇ ਵਿੱਚ ਉਹ 11 ਮਿੰਟ ਤੇ 15 ਸੈਕਿੰਡ ਜਿਹੜੀ ਉਹ ਸਲੋ ਚੱਲੂਗੀ। ਹੁਣ ਅਗਰ ਐਕਚੁਅਲ ਦੇ ਵਿੱਚ ਉਹ 11 ਵਜੇ, ਅਗਰ ਐਕਚੁਅਲ ਦੇ ਵਿੱਚ ਉਹ 11 ਵਜੇ ਤਾਂ ਉਸ ਤੋਂ ਟਾਈਮ ਘੱਟ ਹੀ ਦਿਖਾਊਗੀ ਕਿਉਂਕਿ ਸਲੋ ਚੱਲਦੀ ਪਈ ਹੈ। ਜਿਵੇਂ ਕਿ ਤੁਹਾਨੂੰ ਮੈਂ ਆਹ ਐਗਜ਼ਾਮਪਲ ਦੱਸੀ ਸੀਗੀ ਕਿ 60 ਮਿੰਟ ਅਗਰ ਹੋਏ ਆ ਤਾਂ ਤੁਹਾਡੀ ਇੱਕ ਘੜੀ ਕੀ ਦਿਖਾਊਗੀ 59 ਮਿੰਟ 15 ਸਕਿੰਟ, ਕਿਉਂਕਿ 60 ਮਿੰਟ ਦੇ ਵਿੱਚ 1 ਘੰਟੇ ਦੇ ਵਿੱਚ ਉਹ 45 ਸੈਕਿੰਡ ਜਿਹੜੇ ਉਹ ਸਲੋ ਹੁੰਦੀ ਪਈ ਆ। ਸੋ ਆਹ ਇਹਦਾ ਓਵਰਆਲ ਫੰਡਾ ਹੈ। ਇਹਦਾ ਮਤਲਬ ਜਦੋਂ 11 ਵਜੇ ਹੋਣਗੇ, ਜਦੋਂ ਸਾਡੇ 11 ਵਜੇ ਹੋਣਗੇ ਉਦੋਂ ਇਹ ਕਿੰਨਾ ਟਾਈਮ ਦਿਖਾਊਗੀ ਉਹ ਆਪਾਂ ਕੈਲਕੂਲੇਟ ਕਰਾਂਗੇ। ਸੋ 11 ਇਹਦੀ ਕੈਲਕੂਲੇਸ਼ਨ ਸਾਨੂੰ ਹੁਣ ਦਿੱਕਤ ਕਰਨ ਲਈ ਸਾਨੂੰ ਜਿਹੜਾ ਆ ਜਿਓਮੈਟਰੀ ਦੀ ਹੈਲਪ ਲੈਣੀ ਪਊਗੀ ਕਿਉਂਕਿ ਜਿਹੜਾ ਆਪਾਂ ਮਿੰਟ ਸਕਿੰਟ ਦੀ ਆਪਾਂ ਗੱਲ ਕਰਦੇ ਹੋ ਜਿਓਮੈਟਰੀ ਦੇ ਵਿੱਚ ਜਦੋਂ ਚੇਂਜ ਕਰਦੇ ਹਾਂ ਉਹ ਟਰਮ ਯੂਜ਼ ਕੀਤੀ ਕਿਉਂਕਿ ਤੁਸੀਂ ਜਿਓਮੈਟਰੀ ਅਗਰ ਪੜ੍ਹੀ ਹੋਈ ਤਾਂ ਉਹਦੇ ਵਿੱਚ ਆਪਾਂ ਜਦੋਂ ਆਹ ਚੀਜ਼ ਇਸਤੇਮਾਲ ਕਰਦੇ ਡਿਗਰੀ ਦੇ ਵਿੱਚ। ਸੋ ਇਹਨੂੰ ਮੈਂ ਕੀ ਲਿਖ ਸਕਦਾ 10 ਘੰਟੇ 59 ਮਿੰਟ ਤੇ 60 ਸੈਕਿੰਡ। ਇਹ ਹੁਣ ਵੀ ਜਿਹੜੇ ਆ ਇਹ 11 ਹੀ ਵੱਜੇ ਆ, ਕਿਉਂਕਿ ਇਹਦਾ ਦੇਖੋ ਇਹ ਤੋਂ 1 ਮਿੰਟ ਮੈਂ ਉਹਨੂੰ ਦੇ ਦਿੱਤਾ ਸੈਕਿੰਡ, ਮੇਰੇ ਕੋਲ ਸੈਕਿੰਡ ਦੀ ਫਾਰਮ ਦੇ ਵਿੱਚ ਆ ਗਿਆ। ਸੋ ਓਵਰਆਲ ਇਹਦੇ ਵਿੱਚੋਂ ਮੈਂ ਘਟਾ ਦੂੰਗਾ ਕੀ ਹੋ ਜਾਊਗਾ 11 ਮਿੰਟ ਤੇ 15 ਸੈਕਿੰਡ ਜਿਹੜਾ ਮੈਂ ਇਹਦੇ ਚੋਂ ਘਟਾ ਦੂੰਗਾ ਤਾਂ ਕੀ ਹੋ ਜਾਊਗਾ ਇਹ 45। ਦੈਨ ਇੱਥੋਂ 8 ਬਚੂਗਾ, ਇੱਥੋਂ 4 ਬਚੂਗਾ, 3 ਇੰਨਾ ਟਾਈਮ ਆ ਜਾਊਗਾ ਸਾਡੇ ਕੋਲ ਕੀ ਆ ਜਾਊਗਾ। ਸੋ 10 ਵੱਜ ਕੇ 48 ਮਿੰਟ 45 ਸੈਕਿੰਡ ਮੇਰੇ ਕੋਲ ਆਨਸਰ ਜਿਹੜਾ ਆ ਜਾਊਗਾ, ਨਾ ਕਿ ਇਹ, ਕਿਉਂਕਿ ਇਹ ਟਾਈਮ ਵਾਧੂ ਆ। ਇਹ ਅਗਰ ਘੜੀ ਸਾਡੇ ਕੋਲ ਫਾਸਟ ਹੁੰਦੀ 3 ਸੈਕਿੰਡ ਤਾਂ ਦੈਨ ਇਹ ਸਾਡਾ ਆਨਸਰ ਹੋਣਾ ਸੀ, ਪਰ ਘੜੀ ਸਾਡੀ ਕੀ ਆ ਸਲੋ ਹੁੰਦੀ ਪਈ ਆ 11 ਵਜੇ, ਉਹ ਸਾਨੂੰ ਇੰਨਾ ਟਾਈਮ ਦਿਖਾਊਗੀ ਅਗਰ ਐਕਚੁਅਲ ਦੇ ਵਿੱਚ 11 ਵਜੇ ਆ। ਸੋ ਹੋਪਸ ਤੁਹਾਨੂੰ ਇਹ ਕੁਐਸਚਨ ਸਮਝ ਲੱਗ ਜਾਣਾ ਪੂਰਾ, ਮੈਂ ਤੁਹਾਨੂੰ ਬੇਸਿਕ ਤੋਂ ਸਮਝਾਇਆ। ਅਗਰ ਤੁਹਾਨੂੰ ਸਮਝ ਲੱਗ ਗਿਆ ਤਾਂ ਬਹੁਤ ਵਧੀਆ, ਅਦਰਵਾਈਜ਼ ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਦੇਖ ਲਓ। ਕੱਲਾ ਮੈਥਡ ਬੜੇ ਪਿਆਰ ਦੇ ਨਾਲ ਦੱਸਿਆ। ਸੋ ਕਿਵੇਂ ਇਹਨੂੰ ਤੁਸੀਂ ਕੁਐਸਚਨ ਨੂੰ ਜਿਹੜਾ ਕਰਨਾ। ਸੋ ਅਗਲਾ ਕੁਐਸਚਨ ਕਰਦੇ ਹਾਂ ਇੰਪੋਰਟੈਂਟ। ਤੁਹਾਡੇ ਸੀਰੀਜ਼ ਦੇ 3 ਕੁਐਸਚਨ ਰੱਖੇ, ਬਹੁਤ ਹੀ ਸਾਡੇ ਇੰਪੋਰਟੈਂਟ ਕੁਐਸਚਨ ਆ। ਅਗਰ ਤੁਹਾਡੇ ਪੇਪਰ ਦੇ ਵਿੱਚ ਬਹੁਤ ਹੀ ਤੁਹਾਡੀ ਜ਼ਿਆਦਾ ਚੰਗੀ ਕਿਸਮਤ ਹੋਈ ਤਾਂ ਇਦਾਂ ਦਾ ਕੁਐਸਚਨ ਦੇਖਣ ਨੂੰ ਮਿਲ ਸਕਦਾ, ਕਿਉਂਕਿ ਥੋੜਾ ਜਿਹਾ ਕਿਤੇ ਨਾ ਕਿਤੇ ਬੈਂਕਿੰਗ ਟੱਚ ਜਿਹੜਾ ਤੁਹਾਨੂੰ ਜ਼ਰੂਰ ਦੇ ਕੇ ਜਾਊਗਾ। ਸੋ ਇਹਦੇ ਵਿੱਚ ਸਾਨੂੰ ਵੀ ਸੀਰੀਜ਼ ਦਾ ਪਹਿਲਾਂ ਇਹਦੇ ਵਿੱਚ ਵੀ ਸੀਰੀਜ਼ ਦਾ ਜਿਹੜਾ ਉਹ ਨੇਚਰ ਪਛਾਣਨਾ ਪੈਂਦਾ ਕਿ ਸੀਰੀਜ਼ ਦਾ ਨੇਚਰ ਕੀ ਹੈ। ਤੁਸੀਂ ਇੱਕ ਵਾਰੀ ਦੇਖੋ ਕਿ ਆਹ ਤੁਹਾਡਾ 90 ਸੀਗਾ, 90 ਤੋਂ ਬਾਅਦ ਕੀ ਹੋ ਗਿਆ 75, ਦੈਨ ਉਸ ਤੋਂ 55 ਹੋ ਗਿਆ, ਦੈਨ ਉਸ ਤੋਂ ਬਾਅਦ ਸੀਰੀਜ਼ ਤੁਹਾਡੀ ਜਿਹੜੀ ਆ ਲਗਾਤਾਰ ਜਿਹੜੀ ਉਹ ਚੱਲਦੀ ਪਈ ਆ। ਸੋ ਇਹਦਾ ਮਤਲਬ ਕਿ ਸੀਰੀਜ਼ ਇੱਕ ਵਾਰੀ ਤੁਹਾਡੀ ਡਿੱਗੀ, ਦੈਨ ਉਸ ਤੋਂ ਬਾਅਦ ਕੀ ਹੋਈ ਸਾਡੀ ਸੀਰੀਜ਼ ਜਿਹੜੀ ਲਗਾਤਾਰ ਉਹ ਚੜ੍ਹਦੀ ਚੱਲ ਗਈ। ਸੋ ਉਹਦੇ ਵਿੱਚ ਸਾਨੂੰ ਪਤਾ ਮੈਕਸਿਮਮ ਕੇਸ ਦੇ ਵਿੱਚ ਸਾਡਾ ਜਿਹੜਾ ਆ 0.5 into 0.5 ਪਲੱਸ ਮਾਈਨਸ ਸਮਥਿੰਗ ਜਿਹੜਾ ਕਰਕੇ ਉਹ ਸਾਡਾ ਜਿਹੜਾ ਫਾਰਮੂਲਾ ਲੱਗਦਾ ਜਿਹਦੀ ਆਪਾਂ ਗੱਲ ਕਰਦੇ ਬੇਸਿਕ ਟ੍ਰਿਕ। ਸੋ ਤੁਸੀਂ ਦੇਖ ਵੀ ਸਕਦੇ ਕਿ ਡੈਸੀਮਲ ਦੇ ਵਿੱਚ ਤੁਹਾਡਾ ਆਨਸਰ ਆ, ਕਿਤੇ ਨਾ ਕਿਤੇ ਤੁਹਾਨੂੰ 0.5 ਜਾਂ 2.5 ਗੁਣਾ 1.5 ਗੁਣਾ ਦੀ ਜਿਹੜੀ ਲੋੜ ਜਿਹੜੀ ਉਹ ਜ਼ਰੂਰ ਪਊਗੀ। ਸੋ ਕਿਵੇਂ ਕਰ ਸਕਦੇ ਹਾਂ ਤੁਸੀਂ ਦੇਖੋ ਕਿ ਮੈਂ ਕਹੂੰਗਾ ਕਿ 90 ਦਾ ਮੈਂ ਹਾਫ ਕਰਾਂਗਾ, 0.5 ਦੇ ਨਾਲ ਗੁਣਾ ਕਰਾਂਗਾ। 0.5 ਨੂੰ ਮੈਂ ਕੀ ਲਿਖ ਸਕਦਾ ਕਿ ਭਾਈ 1/2। ਸੋ ਇਹਨੂੰ ਮੈਂ 1/2 ਦੇ ਨਾਲ ਕਰੂੰਗਾ ਆਪਣੀ ਕੈਲਕੂਲੇਸ਼ਨ ਨੂੰ ਈਜ਼ੀ ਕਰਨ ਦੇ ਲਈ। ਤੁਸੀਂ ਦੇਖ ਸਕਦੇ ਕਿ 45 ਆ ਗਿਆ ਮੇਰੇ ਕੋਲ। ਹੁਣ ਆਹ ਮੇਰੇ ਕੋਲ 45 ਆ ਗਿਆ, ਕਿਤੇ ਨਾ ਕਿਤੇ 55 ਦੇ ਆਸੇ-ਪਾਸੇ ਹੈਗਾ, ਹਾਂਜੀ ਹੈਗਾ। ਸੋ ਮੈਨੂੰ ਇਹਦੇ ਵਿੱਚ ਕਿੰਨਾ ਜੋੜਨਾ ਪਊਗਾ 10 ਜੋੜਨਾ ਪਊਗਾ ਤਾਂ ਮੇਰੇ ਕੋਲ ਆ ਗਿਆ 55। ਸੋ ਤੁਸੀਂ ਆਹੀ ਚੀਜ਼ ਆ ਕਿ into 5 ਪਲੱਸ ਮਾਈਨਸ ਸਮਥਿੰਗ ਮੈਂ 10 ਕਰ ਦਿੱਤਾ। ਦੈਨ ਹੁਣ ਤੁਸੀਂ ਦੇਖੋ ਕਿ 55 ਤੋਂ ਮੈਂ 75 ਤੱਕ ਜਾਊਂਗਾ, ਕੀ ਤੁਹਾਨੂੰ ਲੱਗਦਾ ਪੈਣਾ ਕੀ ਕਰਨਾ ਪਊਗਾ। ਹੁਣ ਤੁਸੀਂ ਦੇਖੋ ਕਿ 2 ਕੰਡੀਸ਼ਨ ਹੁੰਦੀਆਂ ਸਾਡੀਆਂ ਅਗਰ 0.5 ਵਾਲੇ ਟਰਮ ਦੀ ਆਪਾਂ ਗੱਲ ਕਰੀਏ। ਅਗਰ 0.5 ਤੁਹਾਡਾ ਕਿਵੇਂ ਵਰਕ ਕਰੂਗਾ 0.5 ਪਲੱਸ ਮਾਈਨਸ ਸਮਥਿੰਗ ਜਾਂ ਕੱਲਾ ਇਹ ਦੈਨ ਉਸ ਤੋਂ ਬਾਅਦ ਕੀ ਹੋ ਜਾਊਗਾ ਗੁਣਾ 1 ਪਲੱਸ ਮਾਈਨਸ ਸਮਥਿੰਗ, ਇਹ ਹੋ ਜਾਊਗਾ
ਇਹਦਾ ਜਾਂ ਹੋਊਗਾ ਇੱਥੇ ਗੁਣਾ 1.5 ਨਾਲ ਅਗਲੀ ਟਰਮ ਹੋਊਗੀ ਪਲੱਸ ਮਾਈਨਸ ਸਮਥਿੰਗ, ਅਦਰਵਾਈਜ਼ ਦੂਸਰਾ ਕੀ ਹੋ ਜਾਂਦਾ ਸਾਡਾ ਇਨਟੂ 0.5 ਪਲੱਸ ਮਾਈਨਸ ਸਮਥਿੰਗ ਗੁਣਾ ਇੱਥੇ ਇੱਕ ਤਾਂ ਐਜ਼ ਇਟ ਇਜ਼ ਰਹਿ ਜਾਊਗਾ, ਪਰ ਹੁਣ ਦੇਖੋ ਇਹ ਅੱਧੇ ਦਾ 2 ਗੁਣਾ 1 ਦਾ 2 ਗੁਣਾ ਕਿੰਨਾ ਹੋ ਜਾਊਗਾ ਸਾਡੇ ਕੋਲ 2। ਸੋ ਇਹ ਤੁਸੀਂ ਜਿਹੜੇ ਬੇਸਿਕ ਪੈਟਰਨ ਜ਼ਰੂਰ ਯਾਦ ਰੱਖਣੇ, ਕਿਉਂਕਿ ਅਗਲੇ ਕੁਐਸਚਨ ਦੇ ਵਿੱਚ ਵੀ ਤੁਹਾਨੂੰ ਜਦੋਂ ਇਹ ਨਹੀਂ ਲੱਗੂਗਾ ਉਸ ਤੋਂ ਇਲਾਵਾ ਵੀ ਤੁਹਾਨੂੰ ਸਪੈਸ਼ਲ ਪੈਟਰਨ ਜਿਹੜਾ ਦੱਸੂਗਾ ਮੈਂ, ਕਿਉਂਕਿ ਇਹ ਤੁਹਾਡੇ ਬੇਸਿਕ ਫਾਰਮੇਸ਼ਨ ਆ ਜਿਹੜੀ ਸਾਡੀ ਕੁਐਸਚਨ ਦੀ ਬਣਦੀ ਆ। ਜਦੋਂ ਵੀ ਡੈਸੀਮਲ ਦਾ ਰੋਲ ਆ ਜਾਂਦਾ, ਜਦੋਂ ਵੀ ਸੀਰੀਜ਼ ਸਾਡੀ ਜਿਹੜੀ ਆ ਉਹ ਡਿੱਗ ਕੇ ਘਟ ਮਤਲਬ ਇੱਕ ਵਾਰੀ ਡਿੱਗ ਕੇ ਦੁਬਾਰਾ ਚੜ੍ਹਦੀ ਆ ਉਹ ਵਾਲੀ। ਸੋ ਅਗਲਾ ਕੁਐਸਚਨ ਵੀ ਇੱਕ ਵਾਰੀ ਤੁਸੀਂ ਦੇਖ ਲਓ ਕਿ ਇਹਦੇ ਵਿੱਚ ਸੀਰੀਜ਼ ਸਾਡੀ ਜਿਹੜੀ ਆ ਪਹਿਲਾਂ 6 ਤੋਂ 4 ਹੋਈ, ਦੈਨ ਉਸ ਤੋਂ ਬਾਅਦ ਲਗਾਤਾਰ ਜਿਹੜੀ ਚੜੀ ਆ, ਪਰ ਇਹਦੇ ਵਿੱਚ ਆਪਾਂ ਜਿਹੜਾ ਮੈਥਡ ਇਹ ਦੋਨੋਂ ਤੋਂ ਇਲਾਵਾ ਜਿਹੜਾ ਯੂਜ਼ ਕਰਾਂਗੇ। ਸੋ 55 ਦਾ ਤੁਸੀਂ ਦੇਖੋ ਹੁਣ 1 ਗੁਣਾ ਕਰੋਗੇ, ਦੋਨਾਂ ਹਾਲਤ ਦੇ ਵਿੱਚ 1 ਗੁਣਾ ਹੀ ਕਰਨਾ ਪੈਣਾ। ਸੋ ਦੋਨਾਂ ਹਾਲਤ ਦੇ ਵਿੱਚ ਆਪਾਂ 1 ਗੁਣਾ ਕਰਾਂਗੇ ਤਾਂ ਮੇਰੇ ਤੋਂ 55 ਆ ਜਾਊਗਾ। ਹੁਣ 55 ਤੋਂ 75 ਤੱਕ ਜਾਣ ਲਈ ਮੈਨੂੰ ਕੀ ਕਰਨਾ ਪਊਗਾ, ਮੈਨੂੰ 20 ਇਹਦੇ ਵਿੱਚ ਐਡ ਕਰਨਾ ਪਊਗਾ। ਸੋ ਕੀ ਹੋ ਗਿਆ ਮੇਰੇ ਕੋਲ 75 ਹੋ ਗਿਆ। ਸੋ ਤੁਹਾਨੂੰ ਇੱਕ ਚੀਜ਼ ਜਿਹੜਾ ਕੁਐਸਚਨ ਦਾ ਨੇਚਰ ਪਤਾ ਲੱਗ ਗਿਆ ਹੋਣਾ ਕਿ ਆਹ ਤਾਂ ਜਿਹੜੀ ਆਪਾਂ ਕਰ ਰਹੇ ਹਾਂ, ਦੈਨ ਉਸ ਤੋਂ ਬਾਅਦ ਸਾਨੂੰ ਜਿਹੜਾ ਪਲੱਸ 10 ਦਾ ਜਿਹੜਾ ਐਡੀਸ਼ਨ ਕਰਨਾ ਪਊਗਾ, ਕਿਉਂਕਿ ਇੱਥੇ 10 ਕੀਤਾ ਇੱਥੇ ਜਿਹੜਾ 20 ਕੀਤਾ। ਹੋਪ ਸੋ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਦੈਨ ਹੁਣ ਤੁਸੀਂ ਦੇਖੋ ਕਿ 75 ਤੋਂ 142 ਤੱਕ ਜਾਣਾ, ਅਗਰ 75 ਦਾ 2 ਗੁਣਾ ਕਰੋਗੇ ਤਾਂ ਤੁਹਾਡਾ ਕਿੰਨਾ ਹੋ ਜਾਊਗਾ, 75 ਦਾ 2 ਗੁਣਾ 150 ਹੁੰਦਾ। ਇਹਦਾ ਮਤਲਬ ਕਿਹੜੀ ਆਪਾਂ ਲਵਾਂਗੇ, ਆਪਾਂ ਆਹ ਵਾਲੀ ਕੰਡੀਸ਼ਨ ਲਵਾਂਗੇ। 75 ਦਾ ਆਪਾਂ ਕੀ ਕਰਾਂਗੇ, 75 ਦਾ ਆਪਾਂ ਕਰਾਂਗੇ 1.5 ਗੁਣਾ। ਸੋ 1.5 ਗੁਣਾ ਨੂੰ ਮੈਂ ਕੀ ਲਿਖ ਸਕਦਾ, 3 ਗੁਣਾ 3/2 ਲਿਖ ਸਕਦਾ। ਸੋ 3/2 ਦੇਖ ਤੁਸੀਂ ਲਿਖ ਲਓ ਕਿ 5 ਤੀਏ 15 ਹੋ ਗਿਆ, ਹਾਸਲਾ 1 7 ਤੀਆ 21 ਤੇ 2 22 ਹੋ ਗਿਆ, 22/200। ਹੁਣ ਇਹਦਾ ਅੱਧ ਕਰ ਲਓ ਕਿੰਨਾ ਆ ਜਾਊਗਾ 112। ਸੋ ਕਿੰਨਾ ਆ ਜਾਊਗਾ 112.5 ਆ ਜਾਊਗਾ। ਸੋ ਇਹਦੇ ਵਿੱਚ ਕਿੰਨਾ ਮੈਨੂੰ ਹੋਰ ਜੋੜਨਾ ਪਊਗਾ, ਕਿਉਂਕਿ 10 20 30 ਜੋੜੂੰਗਾ ਤਾਂ ਮੇਰੇ ਕੋਲ ਡੈਫੀਨੇਟਲੀ ਮੇਰੇ ਕੋਲ ਜਿਹੜਾ ਉਹ 142.5 ਜਿਹੜਾ ਮੇਰੇ ਕੋਲ ਆਨਸਰ ਉਹ ਮਿਲ ਜੂਗਾ। ਉਮੀਦ ਹੈ ਤੁਹਾਨੂੰ ਸਮਝ ਲੱਗ ਗਈ ਹੋਊਗੀ। ਬਾਕੀ ਅਗਲੀ ਟਰਮ ਦੱਸਣੀ ਆ। ਹੁਣ 1 ਗੁਣਾ ਕੀਤਾ, ਸੌਰੀ ਅੱਧਾ ਕੀਤਾ, 1 ਗੁਣਾ ਕੀਤਾ, 1.5 ਗੁਣਾ ਕੀਤਾ ਤਾਂ ਅਗਲਾ ਕਿੰਨਾ ਕਰਾਂਗੇ ਆਪਾਂ 2 ਗੁਣਾ ਕਰਾਂਗੇ। ਦੈਨ 2 ਗੁਣਾ ਕਰਾਂਗੇ ਤਾਂ ਉਹਦੇ ਵਿੱਚ 40 ਆਪਾਂ ਜ਼ਰੂਰ ਜੋੜਾਂਗੇ। ਸੋ ਇਹਦੇ ਵਿੱਚ ਮੈਂ ਪਹਿਲੇ ਲਿਖ ਦਿੰਦਾ ਕਿ ਇੱਥੇ 40 ਜੋੜਾਂਗੇ। ਹੋਰ ਉਸ ਤੋਂ ਬਾਅਦ ਕੀ ਕਰਾਂਗੇ 142 ਦਾ ਆਪਾਂ ਕਰਾਂਗੇ 2 ਗੁਣਾ। 142 ਦਾ 2 ਗੁਣਾ ਕਰਾਂਗੇ, ਦੇਖੋ ਕਿੰਨਾ ਆ ਜਾਊਗਾ 5 ਦੂਣੀ 10 ਆ ਜਾਊਗਾ। ਡੈਸੀਮਲ ਲੱਗਾ, 0 ਲਗਾਉਣ ਦੀ ਲੋੜ ਨਹੀਂ, ਇਹਨੂੰ ਉਡਾ ਦਿਓ। ਸਮਝ ਲੱਗ ਗਈ। ਦੈਨ ਉਸ ਤੋਂ ਬਾਅਦ ਕੀ ਹੋ ਜਾਊਗਾ 2 ਦੂਣੀ 4, 1 ਹਾਸਲ ਆਇਆ ਸੀਗਾ, ਇਹ ਮੇਰਾ ਆ ਜਾਊਗਾ 5। ਦੈਨ ਉਸ ਤੋਂ ਬਾਅਦ ਕੀ ਆ 14 ਦੂਣਾ 28, 14 ਦੂਣਾ 28 285 ਆ ਜਾਊਗਾ। ਸੋ 285 ਤੁਹਾਡਾ ਦੇਖੋ ਪਹਿਲਾਂ ਵੀ ਆਪਸ਼ਨ ਦੇ ਵਿੱਚ ਲਿਖਿਆ ਯੂਨਿਟ ਡਿਜਿਟ ਤੇ 5 ਆਊਗਾ। ਸੋ 325 ਇਸ ਕੁਐਸਚਨ ਦਾ ਜਿਹੜਾ ਆਨਸਰ ਹੋ ਜਾਊਗਾ, ਕਿਉਂਕਿ ਇਹਨੂੰ ਤੁਸੀਂ 15 ਦੇ ਦੋਗੇ ਤਾਂ ਤੁਹਾਡਾ ਕਿੰਨਾ ਹੋ ਜਾਊਗਾ, ਇਹ 15 ਦੇ ਦੋਗੇ ਤਾਂ ਤੁਹਾਡਾ ਇਹ 300 ਪੂਰਾ ਹੋ ਜਾਊਗਾ। 300 ਦੇ ਵਿੱਚ 25 ਹੋਰ ਜੋੜ ਦੋਗੇ ਤਾਂ 325 ਇਹ ਇਸ ਕੁਐਸਚਨ ਦਾ ਜਿਹੜਾ ਆਨਸਰ ਕਲੀਅਰ ਹੋ ਜਾਊਗਾ। ਹੋਪ ਸੋ ਤੁਹਾਨੂੰ ਇਹ ਕੁਐਸਚਨ ਜ਼ਰੂਰ ਸਮਝ ਲੱਗਾ ਹੋਣਾ। ਮੋਡਰੇਟ ਲੈਵਲ ਦਾ ਕੁਐਸਚਨ ਸੀਗਾ ਤੁਹਾਡਾ, ਅਗਰ ਤੁਹਾਨੂੰ ਇਹ ਦਿੱਕਤ ਦੇ ਕੇ ਜਾਂਦਾ ਸੀਗਾ। 1 ਸੈਕਿੰਡ ਰੁਕਿਓ ਤੁਸੀਂ ਜਦ ਤੱਕ ਅਗਲਾ ਕੁਐਸਚਨ ਸੋਲਵ ਕਰੋ। ਸੋ ਆਹੀ ਤੁਸੀਂ ਦੇਖੋ ਕਿ ਸੀਰੀਜ਼ ਸਾਡੀ ਜਿਹੜੀ ਆ ਉਹ ਡਿੱਗ ਕੇ ਜਦੋਂ ਘਟੀ ਆ, ਦੈਨ ਉਸ ਤੋਂ ਬਾਅਦ ਤੁਹਾਨੂੰ ਮੈਂ ਆਹ ਪੈਟਰਨ ਦੱਸਿਆ। ਤੁਸੀਂ ਦੇਖਿਓ ਕਿ ਇਹਦੇ ਵਿੱਚ ਵੀ ਜਿਹੜਾ ਸਪੈਸ਼ਲ ਪੈਟਰਨ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਸੀਰੀਜ਼ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ, ਕਿਉਂਕਿ ਇਹਦੇ ਵਿੱਚ ਵੀ ਜਿਹੜੀ ਸੀਰੀਜ਼ ਆ ਉਹ ਡਿੱਗ ਕੇ ਜਿਹੜੀ ਉਹ ਵੱਧ ਰਹੀ ਆ। ਹਾਂਜੀ, ਉਮੀਦ ਆ ਤੁਹਾਨੂੰ ਇਹ ਕੁਐਸਚਨ ਜਿਹੜਾ ਸੋਲਵ ਜ਼ਰੂਰ ਕਰ ਲਿਆ ਹੋਣਾ ਤੇ ਬਹੁਤ ਜਾਣਿਆਂ ਦਾ ਤੁਹਾਡੇ ਵਿੱਚੋਂ ਜਿਹੜਾ 45 ਉਹ ਆਨਸਰ ਆ ਗਿਆ ਹੋਣਾ। ਪਰ ਕੀ 45 ਆਨਸਰ ਸਹੀ ਹੈ? ਕ੍ਰੋਸ ਚੈੱਕ ਤੁਸੀਂ ਕ੍ਰੋਸ ਚੈੱਕ ਵੀ ਕਰਵਾਇਆ ਕਰੋ, ਪਰ 45 ਤੁਹਾਡਾ ਆਨਸਰ ਜਿਹੜਾ ਗਲਤ ਹੋ ਜਾਊਗਾ। ਅਗਰ ਤੁਸੀਂ ਇੱਥੇ ਕ੍ਰੋਸ ਚੈੱਕ ਕਰਾਓਗੇ, ਕ੍ਰੋਸ ਚੈੱਕ ਤੁਸੀਂ ਕਰਾਓਗੇ ਕਿ ਇਹਦਾ ਜਦੋਂ ਤੁਸੀਂ 2.5 ਗੁਣਾ ਕਰੋਗੇ 5/2 ਗੁਣਾ ਕਰੋਗੇ ਤਾਂ ਤੁਹਾਡਾ ਜਿਹੜਾ ਪਲੱਸ 50 ਜੋੜ ਦੋਗੇ ਤਾਂ ਤੁਹਾਡਾ ਜਿਹੜਾ ਇਹ ਆਨਸਰ ਤੁਹਾਨੂੰ ਜਿਹੜਾ ਉਹ ਇੰਨਾ ਹੀ ਮਿਲੂਗਾ। ਸਮਝ ਲੱਗ ਗਈ। ਪਰ ਇੱਥੇ ਤੁਸੀਂ ਕਿਤੇ ਨਾ ਕਿਤੇ ਸ਼ਾਇਦ ਅਗਰ ਸੋਲਵ ਕਰ ਲਿਆ ਹੋਇਆ ਤਾਂ ਗਲਤੀ ਜਿਹੜੀ ਜ਼ਰੂਰ ਕਰ ਦੋਗੇ, ਕਿਉਂਕਿ ਤੁਸੀਂ ਆਹੀ ਜਿਹੜੇ 2 ਪੈਟਰਨ ਜਿਹੜੇ ਲਗਾਏ ਹੋਣੇ ਆ, ਦੈਨ ਉਹਨਾਂ ਦੇ ਵਿੱਚੋਂ ਤੁਹਾਡਾ 45 ਜਿਹੜਾ ਆਨਸਰ ਜਿਹੜਾ ਉਹ ਆ ਰਿਹਾ ਹੋਣਾ ਅਗਰ ਕੀਤਾ ਹੋਇਆ ਤਾਂ। ਬਟ ਇਸ ਕੁਐਸਚਨ ਦਾ ਆਨਸਰ ਜਿਹੜਾ 39 ਆ। ਸੋ ਕਿਵੇਂ ਆਊਗਾ ਇਹਦਾ ਮੈਂ ਡਾਇਰੈਕਟ ਸੋਲਵ ਕਰ ਦਿੰਦਾ। ਸੋ ਕੀ ਹੋ ਜਾਊਗਾ, ਮੈਂ 6 ਦਾ ਜਿਹੜਾ ਕਰੂੰਗਾ, ਮੈਂ 6 ਦਾ ਕਰੂੰਗਾ 1 ਗੁਣਾ, 6 ਦਾ 1 ਗੁਣਾ ਕਰੂੰਗਾ ਤਾਂ ਮੈਨੂੰ ਕਿੰਨਾ ਘਟਾਉਣਾ ਪਊਗਾ, ਕੀ ਹੋ ਜਾਊਗਾ ਇਹਦੇ ਵਿੱਚੋਂ 2 ਘਟਾਣੇ ਪਊਗੇ ਤਾਂ ਮੇਰੇ ਕੋਲ 4 ਮਿਲ ਗਿਆ। ਦੈਨ ਉਸ ਤੋਂ ਬਾਅਦ ਕੀ ਕਰੂੰਗਾ ਮੈਂ 4 ਦਾ 2 ਗੁਣਾ, 4 ਦਾ 2 ਗੁਣਾ ਕੀਤਾ 8 ਆ ਗਿਆ। ਦੈਨ 8 ਦੇ ਵਿੱਚੋਂ 3 ਘਟਾ ਦੂੰਗਾ ਤਾਂ ਕਿੰਨਾ ਮਿਲ ਗਿਆ ਮੈਨੂੰ 5 ਮਿਲ ਗਿਆ। ਦੈਨ ਉਸ ਤੋਂ ਬਾਅਦ ਕੀ ਹੈ 5 ਦਾ ਮੈਂ ਕਿੰਨਾ ਕਰੂੰਗਾ 3 ਗੁਣਾ ਕਰੂੰਗਾ ਤਾਂ ਤੁਸੀਂ ਸਮਝ ਲੱਗ ਗਈ ਤੁਹਾਨੂੰ ਜਿਹੜਾ 1 ਗੁਣਾ 2 ਗੁਣਾ 3 ਗੁਣਾ ਤਾਂ ਦੈਨ 2 3 4। ਸੋ ਕੀ ਆ ਜਾਊਗਾ ਸਾਡਾ ਇੱਥੇ ਮੇਰੇ ਕੋਲ ਮੈਨੂੰ ਮਿਲ ਜਾਊਗਾ
11 ਮਿਲ ਜੂਗਾ। ਦੈਨ ਉਸ ਤੋਂ ਬਾਅਦ ਕੀ ਆ ਜਾਊਗਾ ਤੁਹਾਡਾ 11 ਦਾ ਤੁਸੀਂ 4 ਗੁਣਾ ਕਰੋਗੇ, ਦੈਨ ਮਾਈਨਸ ਕਰੋਗੇ 5, ਤੁਹਾਡਾ ਕਿੰਨਾ ਆ ਜਾਊਗਾ 39 ਇਸ ਕੁਐਸਚਨ ਦਾ ਜਿਹੜਾ ਆਨਸਰ ਆ ਜਾਊਗਾ। ਦੈਨ ਕ੍ਰਾਸ ਚੈੱਕ ਕਰਾ ਲਓ ਕਿ ਤੁਸੀਂ 30 ਦਾ ਜਿਹੜਾ 5 ਗੁਣਾ ਕਰੋਗੇ ਮਾਈਨਸ ਕਰੋਗੇ 6, ਸਮਝ ਲੱਗ ਗਈ। ਦੈਨ ਤੁਸੀਂ ਦੇਖ ਲਓ ਕਿ 5 ਨਾਮ 45 ਤੁਹਾਡਾ ਆ ਜਾਊਗਾ 5, ਹਾਸਲ ਬਚੂਗੇ 4, 5 ਦੀ ਇਹ 15, 4 19, 19 ਚੋਂ 6 ਕੱਢਾਂਗੇ ਆਪਾਂ 199, ਜਿਹੜਾ ਇਸ ਕੁਐਸਚਨ ਦਾ ਆਨਸਰ ਉਹ ਸਹੀ ਹੋ ਜਾਊਗਾ। ਤੇ ਦੈਨ 39 ਸਾਡਾ ਜਿਹੜਾ ਆਨਸਰ ਆ ਜਾਊਗਾ। ਸੋ ਫੇਰ ਵੀ ਮੈਂ ਫਾਸਟਲੀ ਤੁਸੀਂ ਦੱਸ ਦਿੰਦਾ ਤੁਹਾਨੂੰ ਕਿ ਤੁਸੀਂ ਕਿਹਾ ਸੀ ਕਿ ਸਰ ਸੀਰੀਜ਼ ਅਗਰ ਡਿੱਗ ਕੇ ਜਿਹੜੀ ਆ ਉਹ ਦੁਬਾਰਾ ਚੜੀਏ ਤਾਂ ਤੁਸੀਂ ਆਹ ਜਿਹੜੇ 2 ਪੈਟਰਨ ਦੱਸੇ ਆ ਇਹ ਆਪਾਂ ਇਸਤੇਮਾਲ ਕਰਦੇ ਆ। ਸੋ ਇਹਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਆਨਸਰ ਤਾਂ ਤੁਹਾਡਾ ਆ ਰਿਹਾ ਜਿਹੜਾ ਕਿ ਤੁਹਾਨੂੰ ਆਪਸ਼ਨ ਦੇ ਵਿੱਚ ਵੀ ਉਲਝਾਉਣ ਦੇ ਲਈ ਪਾਇਆ ਹੋਇਆ। ਸੋ ਕੀ ਹੋ ਜਾਊਗਾ ਇਹ ਸਾਡਾ 6 ਦਾ ਤੁਸੀਂ ਅੱਧਾ ਕਰੋਗੇ, 6 ਦਾ ਅੱਧਾ ਕਰੋਗੇ ਤਾਂ ਕੀ ਆ ਜਾਊਗਾ ਸਾਡਾ ਆਹ 3 ਆ ਜਾਊਗਾ। ਦੈਨ 3 ਦੇ ਵਿੱਚ ਤੁਹਾਨੂੰ ਕੀ ਜੋੜਨਾ ਪਿਆ, 1 ਤਾਂ ਤੁਹਾਡੇ ਕੋਲ 4 ਆ ਗਿਆ। ਹੁਣ ਤੁਸੀਂ ਕੀ ਕਰੋਗੇ, 4 ਦਾ ਕੀ ਕਰੋਗੇ, 1 ਗੁਣਾ ਤਾਂ ਕਰਨਾ ਹੀ ਪੈਣਾ ਕਿਉਂਕਿ ਪਹਿਲਾਂ ਅੱਧਾ ਕੀਤਾ। 4 ਦਾ 1 ਗੁਣਾ ਕਰੋਗੇ ਤਾਂ ਕਿੰਨਾ ਆ ਜਾਊਗਾ ਤੁਹਾਡਾ, 4 ਦਾ 1 ਗੁਣਾ ਕਰੋਗੇ ਤਾਂ ਤੁਹਾਡੇ ਕੋਲ 4 ਆ ਗਿਆ, 4 ਦੇ ਵਿੱਚ 1 ਜੋੜਤਾ ਤਾਂ ਤੁਹਾਡੇ ਕੋਲ 5 ਆ ਗਿਆ। ਹੁਣ ਤੁਸੀਂ ਦੇਖੋ ਕਿ 5 ਦਾ 1.5 ਗੁਣਾ ਕਰੀਏ ਕਿ 5 ਦਾ 2 ਗੁਣਾ ਕਰੀਏ, 5 ਦਾ 2 ਗੁਣਾ ਕਰਾਂਗੇ ਤਾਂ ਹੀ ਆਪਾਂ ਇਹਦੇ ਲਾਗੇ ਪਹੁੰਚਾਂਗੇ। ਦੇਖੋ 5 ਦਾ 2 ਗੁਣਾ ਕਰਾਂਗੇ ਤਾਂ ਆਪਾਂ ਕਿੰਨਾ ਆ ਜਾਊਗਾ 10, 10 ਦੇ ਵਿੱਚ 1 ਜੋੜਾਂਗੇ ਤਾਂ ਮੇਰੇ ਕੋਲ ਕਿੰਨਾ ਆ ਜਾਊਗਾ 11। ਸੋ ਪੈਟਰਨ ਬਿਲਕੁਲ ਸਮੂਥ ਸਾਡਾ ਚੱਲਦਾ ਪਿਆ। ਦੈਨ ਉਸ ਤੋਂ ਬਾਅਦ ਤੁਸੀਂ ਦੇਖੋ ਹੁਣ ਸਾਡੇ ਕੋਲ ਜਿਹੜਾ ਇਹਦੇ ਵਿੱਚ ਝੋਲ ਆਇਆ ਕੀ ਆਇਆ, ਸਭ ਤੋਂ ਪਹਿਲਾਂ ਕੀਤਾ ਆਪਾਂ ਅੱਧਾ ਕੀਤਾ, ਫਿਰ 1 ਗੁਣਾ ਕੀਤਾ, ਫਿਰ 2 ਗੁਣਾ, ਮਤਲਬ 1 ਦਾ ਅੱਧਾ, 1 ਅੱਧੇ ਦਾ 2 ਗੁਣਾ 1, 1 ਦਾ 2 ਗੁਣਾ 2। ਦੈਨ ਉਸ ਤੋਂ ਬਾਅਦ ਕੀ ਕਰਾਂਗੇ ਕਿ 11 ਦਾ ਆਪਾਂ 4 ਗੁਣਾ ਕਰਾਂਗੇ, 11 ਦਾ 4 ਗੁਣਾ ਕਰਾਂਗੇ। ਦੈਨ ਉਸ ਤੋਂ ਬਾਅਦ ਕੀ ਹੋ ਜਾਊਗਾ 44, 44 ਦੇ ਵਿੱਚ 1 ਜੋੜਾਂਗੇ ਤਾਂ ਦੈਨ 45 ਮੇਰੇ ਕੋਲ ਆਨਸਰ। ਅਗਰ ਤੁਸੀਂ ਇਦਾਂ ਕੀਤਾ ਸੀ ਮੈਂ ਤੁਹਾਨੂੰ ਉਹਦੀ ਗੱਲ ਦੱਸਦਾ ਪਿਆ, ਪਰ ਤੁਸੀਂ ਇੱਕ ਚੀਜ਼ ਦੇਖਿਓ ਕਿ 45 ਦਾ ਤੁਹਾਨੂੰ ਮੁੜ ਕੇ ਫਿਰ ਜਿਹੜਾ 8 ਗੁਣਾ ਕਰਨਾ ਪੈਣਾ। ਦੈਨ ਉਹਦੇ ਵਿੱਚ ਤੁਸੀਂ 1 ਜਿਹੜਾ ਜੋੜੋਗੇ ਤਾਂ ਤੁਸੀਂ ਦੇਖੋ ਕਿ 8 ਚੌਕਾ 32, 320 ਤੋਂ ਵੀ ਉੱਤੇ ਪਹਿਲਾਂ ਹੀ ਜਾ ਰਿਹਾ, ਅਗਰ 5 ਹੱਲੇ ਆਪਾਂ ਜੋੜਿਆ ਨਹੀਂ। ਸੋ ਸਮਝ ਲੱਗ ਗਈ। ਸੋ 45 ਕਿਉਂ ਇਸ ਕੁਐਸਚਨ ਦਾ ਗਲਤ ਆਨਸਰ ਆ। ਤੁਸੀਂ ਆਹ ਬਹਾਵ ਦੇ ਵਿੱਚ ਬਹਿ ਤਾਂ ਸਕਦੇ ਆ, ਪਰ ਅਗਰ ਇਹ ਦੋਨੋਂ ਮੈਥਡ ਨਾ ਲੱਗਣ, ਕਿਹੜੇ ਆਹ ਦੋਨੋਂ ਮੈਥਡ ਨਾ ਲੱਗਣ ਤਾਂ ਦੈਨ ਉਸ ਤੋਂ ਬਾਅਦ ਆ ਤੁਹਾਡਾ ਸਪੈਸ਼ਲ ਪੈਟਰਨ ਆ ਕਿ into 1 ਪਲੱਸ ਮਾਈਨਸ ਸਮਥਿੰਗ, into 2 ਪਲੱਸ ਮਾਈਨਸ ਸਮਥਿੰਗ। ਸੋ ਇਸ ਤੁਸੀਂ ਸੀਰੀਜ਼ ਨੂੰ ਨੇਚਰ ਜਿਹੜਾ ਜ਼ਰੂਰ ਪਛਾਣਨਾ। ਬਹੁਤ ਹੀ ਤੁਹਾਡੇ ਪਿਆਰੇ ਕੁਐਸਚਨ ਸੀਗੇ ਇਹ। ਅਗਲਾ ਕੁਐਸਚਨ ਵੀ ਤੁਹਾਡਾ ਦੇਖਣ ਨੂੰ ਜਿੰਨਾ ਸਿੰਪਲ ਲੱਗਦਾ ਥੋੜਾ ਜਿਹਾ ਟ੍ਰਿਕੀ ਜ਼ਰੂਰ ਹੈਗਾ। ਇਹਦੇ ਵਿੱਚ ਤੁਸੀਂ ਦੇਖ ਸਕਦੇ ਆ कि देखो 37 की गल करिए आप, 37 हो गया अपने को, उस तो बाद की हो गया 47 हो गया, 58 हो गया, दैन क्वेश्चन मार्क, दैन 79, दैन 95। तुसीं की कहोगे भाई सीरीज़ सिंगल मतलब लागे दी लगदी तो डिफरेंस मैथड लवांगे। दैन इत्थों तुसीं की किया कि भाई तुहाडे को 10 आ गया, दैन उस तो बाद तुहाडे को की किया तुसीं 11 जोड़ दिता, 11 जोड़ता तुहानूं तुहाडे दिमाग दे विच आ गया 10 11, दैन अगला की आना चाहिए 12, अगला की आना चाहिए 12, अगला आना चाहिए 12 जोड़ेंगे। पर तुसीं एक चीज़ देखो कि 58 ਦੇ ਵਿੱਚ 12 जोड़ोगे तो तुहाडा 70 आना चाहिए। सो 70 तुहाडा किसी भी ऑप्शन ਦੇ ਵਿੱਚ ਤੁਹਾਨੂੰ नहीं दिता होया। सो फिर की कीता जावे, 70 अगर नहीं आ रहा तो फिर की कीता जावे। दैन तुहानूं इस तो अलग जिहड़ा सोचना पऊगा। ये डिफरेंस तो 10 ते 11 ਦਾ सेम हैगा, पर ये आया किवें, ये आया इवें कि आ जिहड़ा तुहाडा आ आ जिहड़ा आ 7 ते 3 जिहड़ा आ वो 10 है, इहदा मतलब जिहड़े 2 नंबर आ वो इंडिविजुअल उन्होंने ऐड कर दिता। दैन तुसीं देखोगे कि 4 ते प्लस 7 जिहड़ा 11, दैन उस तो बाद सिमिलरली तुसीं की करोगे 5 ते प्लस 8 जिहड़ा जोड़ोगे वो तुहाडा कितना आ जाऊगा 13। 58 ਦੇ ਵਿੱਚ 13 जोड़ोगे, 12 जोड़िया तो 70 आया सी, 13 जोड़िया तो 71 आऊगा साडा 71। इस क्वेश्चन का जिहड़ा आंसर हो जाऊगा। क्रॉस चैक कराउण दे लई तुसीं की करोगे कि 7 ते 1 8 हुंदा, 8 साडा नैक्सट जुड़ूगा तो तुसीं देख लो कि 79 ते 71 का डिफरेंस कितना है, 8 का डिफरेंस है। दैन उस तो बाद भी देख लो कि 9 ते 7 16, 9 ते 7 16 हो गया तुहाडा। तुसीं देख लो कि 79 ते 16 जिहड़ा आ वो 95, इन्हां दे विच भी 16 का डिफरेंस है। जिहड़ा डिफरेंस आ इहदे विच एक चीज़ नोट करन वाली है कि जिहड़ा डिफरेंस सीगा वो सम ऑफ डिजिट सीगा, उन्हां दे इकाई दे अंक दा ते उन्हां दे दहाई दे अंक दा जिहड़ा जोड़ सीगा वो उन्हां दा डिफरेंस जिहड़ा बनदा पिया। अगर तुहानूं मॉडरेट लैवल का क्वेश्चन आया तो यह आऊगा सीरीज़ दे विच। अगर एडिशन दे मैथड दे उत्ते गल चली तो चलते हैं आप अगले क्वेश्चन के उत्ते। थोड़ा जिहा थानू ठम्मा दे देंगे, थोड़ा दिमाग काफ़ी लग चुका होगा। सो इन्हां क्वेश्चनों आप लास्ट दे विच कर लेंगे। सो 3 क्वेश्चन ही तुहाडे हैगे कोडेड ब्लड रिलेशन के। चलते हैं आप आह क्वेश्चन कर लें। ये भी मैनू जिथे तक उम्मीद है तुहाडे विचों बहुत सारे इनू जिहड़ा कल्ले ऑप्शन जिहड़ा वो सॉल्व करा के देखते होने, पर मैं तुहानू पहला भी जिहड़ा वो दस्सिया होया। अगर स्क्रीन थोड़ी जी
ਬਲਰ ਜੀ ਹੋ ਗਈ ਹੈ ਤਾਂ ਕੋਈ ਚੱਕਰ ਨਹੀਂ, ਕਿਉਂਕਿ ਵਾਈਟ ਸ਼ੇਡ ਦੇ ਵਿੱਚ ਥੋੜੀ ਜਿਹੀ ਇਹਨੂੰ ਦਿੱਕਤ ਆ ਰਹੀ ਹੈ। ਸੋ ਤੁਸੀਂ ਐਡਜਸਟ ਜ਼ਰੂਰ ਕਰਿਓ। ਸੋ ਇਦਾਂ ਦੇ ਕੁਐਸਚਨ ਨੂੰ ਕਰਨ ਦੇ ਲਈ ਵੀ ਮੈਂ ਤੁਹਾਨੂੰ ਇਹਦਾ ਰਾਮਬਾਣ ਇੱਕ ਤਰੀਕਾ ਦੱਸਿਆ ਹੋਇਆ ਪਹਿਲਾਂ ਵੀ, ਅਗਰ ਤੁਸੀਂ ਲਾਏ ਹੋਏ ਸੈਸ਼ਨ ਤਾਂ ਇਹਦੇ ਵਿੱਚ ਜੇ ਆਪਾਂ ਦੇਖਾਂਗੇ ਡਿਵੀਜ਼ਨ ਜਿੱਥੇ ਕਿ ਕੰਪਲੀਟ ਡਿਵੀਜ਼ਨ ਲੱਗਦੀ ਹੋਈ, ਕੰਪਲੀਟ ਡਿਵੀਜ਼ਨ ਜਿੱਥੇ ਵੀ ਬਣਦੀ ਹੋਈ, ਉਸ ਆਪਸ਼ਨ ਨੂੰ ਆਪਾਂ ਸਭ ਤੋਂ ਪਹਿਲਾਂ ਚੈੱਕ ਕਰਾਵਾਂਗੇ। ਸੋ ਆਪਾਂ ਦੇਖਾਂਗੇ ਕੰਪਲੀਟ ਡਿਵੀਜ਼ਨ। ਸੋ ਸਾਡੇ ਕੋਲ ਨਾਰਮਲ ਇਕੁਏਸ਼ਨ ਅਗਰ ਹੁੰਦੀ ਤਾਂ ਆਪਾਂ ਇਹਨਾਂ ਡਿਵੀਜ਼ਨ ਚੈੱਕ ਕਰਾਂਦੇ, ਕਿਉਂਕਿ ਇਹਦੇ ਵਿੱਚ ਵੀ ਹੋ ਰਹੀ, ਇਹਦੇ ਵਿੱਚ ਵੀ, ਪਰ ਸਾਨੂੰ ਇੰਸਟਰਕਸ਼ਨ ਜਿਹੜੀ ਦਿੱਤੀ ਹੋਈ ਆ ਪਲੱਸ ਸਟੈਂਡ ਫॉर ਡਿਵੀਜ਼ਨ। ਸੋ ਆਪਾਂ ਉਹ ਦੇਖਾਂਗੇ ਕਿ ਜਿੱਥੇ ਵੀ ਪਲੱਸ ਦਾ ਨਿਸ਼ਾਨ ਆ, ਜਿੱਥੇ ਵੀ ਪਲੱਸ ਦਾ ਨਿਸ਼ਾਨ ਆ, ਕਿ ਉਹਨਾਂ ਵਿੱਚ ਜਿਹੜੀ ਪਰਫੈਕਟ ਡਿਵੀਜ਼ਨ ਹੁੰਦੀ ਪਈ ਆ। ਤੁਸੀਂ ਦੇਖੋ ਕਿ 7 ਤੇ 5 ਦਾ ਇੱਥੇ ਡਿਵੀਜ਼ਨ ਆਊਗੀ, ਕਿਉਂਕਿ 7 ਤੇ 5 ਦੇ ਵਿੱਚ ਕੀ ਪਰਫੈਕਟ ਡਿਵੀਜ਼ਨ ਹੁੰਦੀ ਪਈ, ਨਹੀਂ 7/5 ਐਜ਼ ਇਟ ਇਜ਼ ਰਹਿ ਜਾਊਗਾ। ਸੋ ਇਸ ਆਪਸ਼ਨ ਨੂੰ ਆਪਾਂ ਚੈੱਕ ਨਹੀਂ ਕਰਾਵਾਂਗੇ। ਇਹ ਨਹੀਂ ਕਿ ਇਹ ਗਲਤ ਆ, ਪਰ ਚੈੱਕ ਨਹੀਂ ਕਰਾਵਾਂਗੇ ਸਭ ਤੋਂ ਪਹਿਲਾਂ। ਦੈਨ ਤੁਸੀਂ ਦੇਖ ਲਓ ਕਿ 18 ਤੇ 6 ਦੇ ਵਿੱਚ ਕੰਪਲੀਟ ਡਿਵੀਜ਼ਨ ਹੁੰਦੀ ਪਈ ਆ, ਹਾਂਜੀ ਹੁੰਦੀ ਪਈ ਆ। ਸੋ ਇਹਨੂੰ ਆਪਾਂ ਸਭ ਤੋਂ ਪਹਿਲਾਂ ਚੈੱਕ ਕਰਾਵਾਂਗੇ। ਦੈਨ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ 6 ਤੇ 7 ਦੇ ਵਿੱਚ ਜਿਹੜੀ ਕੰਪਲੀਟ ਡਿਵੀਜ਼ਨ ਹੁੰਦੀ ਪਈ ਆ, ਨਹੀਂ ਹੁੰਦੀ ਪਈ ਆ। ਸੋ ਇਹਨੂੰ ਵੀ ਨਹੀਂ ਆਪਾਂ ਚੈੱਕ ਕਰਾਵਾਂਗੇ। ਹੋਰ ਤੁਸੀਂ ਦੇਖ ਲਓ ਕਿ ਫਿਰ 7 ਤੋਂ 5 ਦੀ ਜਿਹੜੀ ਕੰਪਲੀਟ ਡਿਵੀਜ਼ਨ ਜਿਹੜੀ ਹੁੰਦੀ ਪਈ ਆ, ਉਹ ਨਹੀਂ ਹੁੰਦੀ ਪਈ। ਸੋ ਇਹਨੂੰ ਆਪਾਂ ਸਭ ਤੋਂ ਪਹਿਲਾਂ ਚੈੱਕ ਨਹੀਂ ਕਰਾਵਾਂਗੇ। ਮੈਕਸਿਮਮ ਟਾਈਮ ਤੁਹਾਡਾ ਇਹੀ ਪੈਟਰਨ ਇਹਦੇ ਵਿੱਚ ਲੱਗਾ ਹੁੰਦਾ, ਅਦਰਵਾਈਜ਼ ਤੁਹਾਡੇ ਇੱਕ ਨਹੀਂ ਤਾਂ 2 ਆਪਸ਼ਨ ਜਿਹੜੇ ਰਲ ਜਾਣਗੇ, ਪਰ ਤੁਸੀਂ ਚਾਰੋਂ ਸੋਲਵ ਕਰਨ ਤੋਂ ਬਚ ਜਾਓਗੇ। ਸੋ ਆਪਾਂ ਆਪਸ਼ਨ ਨੰਬਰ 20 ਹੀ ਚੈੱਕ ਕਰਾਵਾਂਗੇ। ਕੀ ਲਿਖਿਆ ਹੋਇਆ ਤੁਹਾਡਾ 18 ਪਲੱਸ ਦਾ ਮੀਨਸ ਕੀ ਹੈ ਡਿਵਾਈਡ, ਇਹ 6 ਆ ਜਾਊਗਾ। ਡਿਵਾਈਡ ਦਾ ਮੀਨਸ ਕੀ ਆ, ਡਿਵਾਈਡ ਸਟੈਂਡ ਫॉर ਮਲਟੀਪਲੀਕੇਸ਼ਨ, ਇਹਦੇ ਵਿੱਚ ਮਲਟੀਪਲੀਕੇਸ਼ਨ ਆ ਜਾਊਗਾ 7 ਆ ਜਾਊਗਾ। ਦੈਨ ਗੁਣਾ ਦਾ ਮੀਨਸ ਕੀ ਹੈ, ਗੁਣਾ ਸਟੈਂਡ ਫॉर ਸਬਟ੍ਰੈਕਸ਼ਨ, ਇੱਥੇ 5 ਆ ਜਾਊਗਾ। ਤੇ ਦੈਨ ਮਾਈਨਸ ਹੋ ਆਟੋਮੈਟਿਕਲੀ ਸਾਡਾ ਪਲੱਸ ਹੋ ਜਾਊਗਾ। ਸੋ ਤੁਸੀਂ ਦੇਖੋ ਇਹਨੂੰ ਸੋਲਵ ਕਰਾਂਗੇ ਤਾਂ ਤੁਸੀਂ ਕਿੰਨਾ ਆ ਜਾਊਗਾ ਤੁਹਾਡਾ 3 ਆ ਜਾਊਗਾ। ਦੈਨ ਆਹ ਤੁਹਾਡਾ 7 ਆ ਜਾਊਗਾ। ਦੈਨ ਆਹ 5 ਆ ਜਾਊਗਾ, 2 ਆ ਜਾਊਗਾ, 7 ਤੇ 21 ਹੋ ਜਾਊਗਾ। ਇੱਥੋਂ ਮਾਈਨਸ ਦਾ 3 ਬਚੂਗਾ ਤੁਹਾਡਾ, ਮਾਈਨਸ ਦਾ 3 ਬਚ ਕੇ ਕਿੰਨਾ ਹੋ ਜਾਊਗਾ 18। ਕੀ ਤੁਹਾਨੂੰ 18 ਮਿਲਦਾ ਪਿਆ? ਬਿਲਕੁਲ 18 ਮਿਲਦਾ ਪਿਆ। ਤਾਂ ਇਹੀ ਸਾਡਾ ਆਪਸ਼ਨ ਸਹੀ ਹੋ ਗਿਆ, ਕਿਉਂਕਿ ਆਪਾਂ ਇੱਕ ਦੇ ਵਿੱਚ ਹੀ ਲਗਾਇਆ। ਸੋ ਦੇਖੋ ਕਿੰਨਾ ਤੁਹਾਡਾ ਆਸਾਨ ਹੋ ਗਿਆ। ਤੁਸੀਂ 4 ਦੇ 4 ਹੀ ਆਪਸ਼ਨ ਜਿਹੜੇ ਇਹਦੇ ਚੈੱਕ ਨਹੀਂ ਕਰਾਣੇ। ਕੰਪਲੀਟ ਡਿਵੀਜ਼ਨ ਦੇਖੋ ਜਿੱਥੇ ਹੁੰਦੀ ਪਈ ਆ, ਅਗਰ 4 ਦੇ ਵਿੱਚ ਹੋ ਰਹੀ ਹੈ ਫੇਰ ਤਾਂ ਮਜਬੂਰੀ ਹੈ, 4 ਦੇ ਵਿੱਚ ਹੋ ਰਹੀ ਫੇਰ ਮਜਬੂਰੀ। ਬਟ ਮੈਕਸਿਮਮ ਟਾਈਮ ਇਹ ਕੁਐਸਚਨ ਇਵੇਂ ਹੀ ਫਰੇਮ ਹੁੰਦਾ ਤੁਹਾਡਾ ਟਾਈਮ ਕੰਜ਼ਿਊਮ ਕਰਨ ਦੇ ਲਈ। ਸੋ 1 ਜਾਂ 2 ਆਪਸ਼ਨ ਹੀ ਜਿਹੜੇ ਇਦਾਂ ਹੋਣਗੇ ਜਿੱਥੇ ਕੰਪਲੀਟ ਡਿਵੀਜ਼ਨ ਜਿਹੜੀ ਉਹ ਪੋਸੀਬਲ ਹੋਊਗੀ। ਸੋ ਚੱਲਦੇ ਹਾਂ, ਆਹ ਕੁਐਸਚਨ ਐਨਾਲੋਗੀ ਦਾ ਸਾਡਾ ਪਿਆਰਾ ਜਿਹਾ ਕੁਐਸਚਨ। ਦੇਖੋ ਕੀ ਲਿਖਿਆ ਹੋਇਆ, ਕਹਿੰਦੇ 8 ਤੇ 3 ਮਤਲਬ ਦੱਸੇ ਦਿੱਤਾ, ਮੈਂ ਹਿੰਟ ਦੱਸਦਾ ਕਿ 83:25 ਲਿਖਿਆ ਹੋਇਆ। ਦੈਨ 39 ਜਿਹੜਾ 39 ਅਲੱਗ-ਅਲੱਗ ਬੋਲਤਾ, 39 ਨੂੰ ਕੀ ਜਿਹੜਾ ਲਿਖਿਆ ਜਾਊਗਾ। ਅਗਰ ਤੁਸੀਂ ਡਿਫਰੈਂਸ ਲੈਣ ਦੀ ਗੱਲ ਕਰੋਗੇ ਤਾਂ ਡਿਫਰੈਂਸ ਸਾਡਾ ਦੇਖੋ ਕਿ ਬਹੁਤ ਜ਼ਿਆਦਾ ਡਿਫਰੈਂਸ ਆ ਜਾਊਗਾ। ਪਰ 39 ਦੇ ਵਿੱਚੋਂ ਅਗਰ ਡਿਫਰੈਂਸ ਲੈਣ ਦੀ ਗੱਲ ਕਰ ਲਓ ਤਾਂ 39 ਤੋਂ ਤਾਂ ਸਾਰੇ ਜਿਹੜੇ ਥੱਲੇ ਵਾਲੇ ਨੰਬਰ ਲਿਖੇ ਹੋਏ, ਪਰ ਇੱਕੋ ਹੀ ਨੰਬਰ ਜਿਹੜਾ ਵੱਡਾ ਲਿਖਿਆ ਹੋਇਆ। ਸੋ ਪੋਸੀਬਲ ਆ ਕਿ ਸਾਨੂੰ ਅਲੱਗ ਜਿਹੜਾ ਸੋਚਣਾ ਪੈਣਾ। ਸੋ ਇਹਦੇ ਵਿੱਚ ਕੀ ਲੌਜਿਕ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਗਰ ਤੁਸੀਂ ਪ੍ਰੀਵੀਅਸ ਈਅਰ ਸੋਲਵ ਕੀਤਾ ਤਾਂ ਤੁਹਾਨੂੰ ਇਹ ਜ਼ਰੂਰ ਦੇਖਿਆ ਹੋਊਗਾ ਕਿ 8 ਦੇ ਵਿੱਚੋਂ ਆਪਾਂ 3 ਮੈਂ ਅਗਰ ਮਾਈਨਸ ਕਰ ਦੇਵਾਂ ਤਾਂ ਪਹਿਲੀ ਰਕਮ ਦੇ ਵਿੱਚੋਂ ਦੂਸਰੀ ਰਕਮ ਜਿਹੜੀ ਮਾਈਨਸ ਕਰ ਦੇਵਾਂ ਤਾਂ ਕੀ ਹੋ ਜਾਊਗਾ, ਮੇਰੇ ਕੋਲ ਜਿਹੜੀ ਵੀ ਟਰਮ ਨਿਕਲ ਕੇ ਆਊਗੀ ਉਹਦਾ ਮੈਂ ਅਗਰ ਸਕੇਅਰ ਕਰ ਦੇਵਾਂ ਦੈਨ ਕੀ ਮਿਲ ਜਾਊਗਾ, ਮੈਨੂੰ 25 ਮਿਲ ਜਾਊਗਾ। ਸੋ ਕੁਐਸਚਨ ਨੂੰ ਪਛਾਣਨ ਦਾ ਨੇਚਰ ਕੀ ਆ, ਤੁਸੀਂ ਇਸ ਚੀਜ਼ ਦੇ ਉੱਤੇ ਵਾਰ ਜ਼ਰੂਰ ਕਰਿਆ ਕਰੋ, ਕਿਤੇ ਨਾ ਕਿਤੇ ਦੇਖਿਆ ਕਰੋ ਕੀ ਤੁਹਾਡਾ ਸਕੇਅਰ ਐਂਡ ਕਿਊਬ ਤੁਹਾਨੂੰ ਕਿਤੇ ਮਿਲਦਾ ਪਿਆ। ਆਪਸ਼ਨ ਦੇ ਵਿੱਚ ਚੈੱਕ ਕਰ ਲਓ ਸਾਰੇ ਜਿਹੜੇ ਸਕੇਅਰ ਐਂਡ ਕਿਊਬ ਦੇ ਉੱਤੇ ਪੈਟਰਨ ਆ 6 ਦਾ ਸਕੇਅਰ ਆ, 4 ਦਾ ਸਕੇਅਰ ਆ, 7 ਦਾ ਸਕੇਅਰ ਆ, 5 ਦਾ ਸਕੇਅਰ ਆ। ਇਹਨਾਂ ਨੂੰ ਈਵਨ ਪ੍ਰਾਈਮ ਔਡ ਨੰਬਰ ਦੇ ਸਭ ਤੋਂ ਪਹਿਲਾਂ ਕੀ ਪ੍ਰਾਇੋਰਟੀ ਦੇਖਣੀ ਆ, ਆਪਾਂ ਪ੍ਰਾਈਮ ਨੰਬਰ ਦੀ ਪ੍ਰਾਇੋਰਟੀ ਦੇਖਣੀ। ਐਨਾਲੋਗੀ ਦੀ ਆਪਾਂ ਗੱਲ ਕਰਦੇ ਹਾਂ। ਦੈਨ ਉਸ ਤੋਂ ਬਾਅਦ ਸਕੇਅਰ ਕਿਊਬ ਵੀ ਤੁਸੀਂ ਨੰਬਰਾਂ ਦੇ ਨਾਲ ਤੁਹਾਡੀ ਇੰਨੀ ਪਿਆਰ ਮੁਹੱਬਤ ਹੋਣੀ ਚਾਹੀਦੀ ਕਿ ਤੁਹਾਨੂੰ ਦੂਰੋਂ ਹੀ ਜਿਹੜੇ ਉਹ ਦਿਸ ਜਾਣ, ਜਿਵੇਂ ਆਪਾਂ ਕਿਸੇ ਖਾਸ ਆਪਣੇ ਦੋਸਤ ਮਿੱਤਰ ਨੂੰ ਜਿਹੜਾ ਆਪਾਂ ਦੂਰੋਂ ਦੇਖ ਲੈਂਦੇ ਹਾਂ। ਸੋ ਉਸ ਤੋਂ ਬਾਅਦ ਕੀ ਹੋ ਜਾਊਗਾ, 3 ਦੇ ਵਿੱਚੋਂ ਆਪਾਂ ਕੀ ਕੱਢਾਂਗੇ -9 ਕੱਢਾਂਗੇ। ਦੈਨ ਅਗਰ ਇਹ ਮਾਈਨਸ ਦਾ ਵੀ ਤੁਸੀਂ ਲੈ ਕੇ ਚੱਲੋਗੇ ਦੈਨ ਇਹਦਾ ਵੀ ਸਕੇਅਰ ਕਰੋਗੇ ਤਾਂ ਇਹਦਾ ਸਕੇਅਰ ਜਿਹੜਾ ਪੋਜ਼ਿਟਿਵ 36 ਹੀ ਆਊਗਾ। ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਜਿਹੜਾ ਆਨਸਰ ਸਹੀ ਹੋ ਜਾਊਗਾ। ਹੋਪ ਸੋ ਤੁਹਾਨੂੰ ਇਹ ਐਨਾਲੋਗੀ ਦਾ ਕੁਐਸਚਨ ਜਿਹੜਾ ਸਮਝ ਲੱਗ ਗਿਆ ਹੋਊਗਾ। ਠੀਕ ਹੈ ਜੀ, ਹਾਂਜੀ। ਸੋ ਆ ਵੀ ਤੁਹਾਡਾ ਐਨਾਲੋਜੀ ਦਾ ਕੁਐਸਚਨ ਜੀਕੇ ਜੀਐਸ ਬੇਸ ਦਾ। ਸੋ ਇਹਦੇ ਨਾਲ ਤੁਹਾਨੂੰ ਇੱਕ ਕਨਸੈਪਟ ਜ਼ਰੂਰ ਕਲੀਅਰ ਹੋਣਾ ਕਿ ਤੁਹਾਡੀ ਜਿਹੜੀ ਐਨਾਲੋਗੀ ਕਿਵੇਂ ਬਣ ਸਕਦੀ ਹੈ ਸਟੱਡੀ ਐਂਡ ਦੇਅਰ ਟੌਪਿਕ। ਸੋ ਸਾਨੂੰ ਪਤਾ ਕਾਰਡੀਓਲੋਜੀ ਤਾਂ ਤੁਸੀਂ ਹਮੇਸ਼ਾ ਸੁਣਦੇ ਰਹਿੰਦੇ ਕਿ ਕਾਰਡੀਓਲੋਜੀ ਸਟੱਡੀ ਆਫ ਹਾਰਟ ਨੂੰ ਆਪਾਂ ਕੀ ਬੋਲਦੇ ਹਾਂ, ਸਟੱਡੀ ਆਫ ਹਾਰਟ ਨੂੰ ਆਪਾਂ ਬੋਲਦੇ ਹਾਂ ਕਿ ਜਿਹੜਾ ਕਾਰਡੀਓਲੋਜੀ ਇਹਦਾ ਮਤਲਬ ਜਿਹੜਾ ਸੈਕੰਡ ਐਲੀਮੈਂਟ ਆ ਉਹਦੀ ਜਿਹੜੀ ਸਟੱਡੀ ਨੂੰ ਕੀ ਬੋਲਦੇ ਆਪਾਂ, ਕਾਰਡੀਓਲੋਜੀ ਬੋਲਦੇ ਹਾਂ। ਇੱਦਾਂ ਹੀ ਐਨਾਟੋਮੋਲੋਜੀ ਆਪਾਂ ਕਿਹਦੀ ਜਿਹੜੀ ਆ ਉਹ ਸਟੱਡੀ ਨੂੰ ਬੋਲਦੇ ਹਾਂ, ਉਹ ਆਪਾਂ ਇਨਸੈਕਟ ਦੀ ਸਟੱਡੀ ਨੂੰ ਬੋਲਦੇ ਹਾਂ। ਬਾਕੀ ਬੋਟਨੀ ਹੋ ਗਿਆ ਤੁਹਾਡਾ, ਫੰਜਾਈ ਹੋ ਗਿਆ, ਫੰਗੀ ਹੋ ਗਿਆ, ਸਾਰਾ ਕੁਝ ਵਰਡ ਦੀ ਜਿਹੜੀ ਆ
ਉਹ ਵੀ ਤੁਹਾਨੂੰ ਜਿਹੜਾ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਇਹਨਾਂ ਦੇ। ਸੋ ਇਹ ਤੁਹਾਡੇ ਲਈ ਆਪਣੇ ਆਪ ਦੇ ਵਿੱਚ ਹੋਮਵਰਕ ਹੈ, ਇਹਨੂੰ ਕਲੀਅਰ ਤੁਸੀਂ ਜ਼ਰੂਰ ਕਰ ਲਿਓ ਕਿ ਬਾਕੀ ਸਾਰਿਆਂ ਦੀ ਸਟੱਡੀ ਨੂੰ। ਬੋਟਨੀ ਮੈਂ ਤੁਹਾਨੂੰ ਦੱਸ ਦਿੱਤਾ, ਫੰਜਾਈ ਹੋ ਗਿਆ, ਫੰਗੀ ਹੋ ਗਿਆ, ਤੁਹਾਨੂੰ ਬੋਲ ਲਓ ਕਿ ਇਹਨਾਂ ਦੀਆਂ ਸਟੱਡੀਆਂ ਨੂੰ ਕੀ ਕਿਹਾ ਜਾਂਦਾ। ਸੋ ਸਾਇੰਸ ਦੇ ਰਿਲੇਟਡ ਜਿੰਨੇ ਵੀ ਤੁਹਾਡੇ ਬਾਇਓਲੋਜੀ ਦੇ ਵਿੱਚ ਟਰਮ ਆਉਂਦੀਆਂ ਬਾਇਓਲੋਜੀ ਦੇ ਵਿੱਚ, ਸੋ ਮੋਸਟ ਆਫ ਦਾ ਟਾਈਮ ਤੁਹਾਨੂੰ ਜਿਹੜਾ ਉਹਨਾਂ ਦੀ ਜਿਹੜੀ ਪਤਾ ਹੋਣੀ ਚਾਹੀਦੀ। ਕਿਤੇ ਨਾ ਕਿਤੇ ਅਗਰ ਕੁਐਸਚਨ ਤੁਹਾਡਾ ਬਣਦਾ ਹੋਵੇ ਤਾਂ ਇਹ ਤੁਹਾਡਾ ਬਣ ਸਕਦਾ। ਹੁਣ ਆਪਾਂ ਇਹਦੇ ਦੇਖਦੇ ਹਾਂ। ਸੋ ਨੰਬਰ ਆਫ ਪੇਅਰ ਦੀ ਗੱਲ ਕਰਦੇ ਹਾਂ। ਸੋ ਆਹ ਸਾਡੇ ਕੋਲ ਇੱਕ ਵਰਡ ਦਿੱਤਾ ਕਿ ਹਾਊ ਮੈਨੀ ਪੇਅਰ ਆਫ ਲੈਟਰ ਆਰ ਦੇਅਰ ਇਨ ਦਾ ਵਰਲਡ ਕਮਰਸ਼ੀਅਲ ਵਿਚ ਹੈਵ ਐਜ਼ ਮੈਨੀ ਐਜ਼ ਲੈਟਰ ਬਿਟਵੀਨ ਦੈਨ ਐਜ਼ ਇਨ ਦਾ ਅਲਫਾਬੈਟ। ਸੋ ਇਹ ਤੁਹਾਨੂੰ ਪੂਰਾ ਮੈਂ ਪੇਅਰ ਫਾਰਮੇਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਪੜ੍ਹਾਇਆ ਹੋਇਆ ਬੇਸਿਕ ਦੇ ਵਿੱਚ, ਤੁਸੀਂ ਐਪਲੀਕੇਸ਼ਨ ਇੰਸਟਾਲ ਕਰੋ ਤਾਂ ਉੱਥੇ ਜਾ ਕੇ ਦੇਖ ਸਕਦੇ ਹੋ ਤੁਸੀਂ। ਅਦਰਵਾਈਜ਼ ਮੈਂ ਤੁਹਾਨੂੰ ਇੱਥੇ ਜਿਹੜਾ ਸਿੰਪਲੀ ਹੁਣ ਦੱਸ ਦੂੰਗਾ ਕਿ ਆਹ CMM ਇਹ ਦਿਖਦਾ ਪਿਆ ਰੰਗ, ਇਹ ਥੋੜਾ ਜਿਹਾ ਸ਼ੇਡ ਜਿਹੜੀ ਵਾਈਟ ਹੋਣ ਕਰਕੇ ਦਿੱਕਤ ਦੇ ਰਿਹਾ। COMMERCIAL। ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਵਾਂਗਾ ਕਿ ਜਿੰਨਾ ਚਿਰ ਕੁਐਸਚਨ ਦੇ ਵਿੱਚ ਦੋ ਚੀਜ਼ਾਂ ਮੈਂਸ਼ਨ ਨਹੀਂ ਆ, ਉਹਨਾਂ ਚਿਰ ਆਪਾਂ ਹਮੇਸ਼ਾ ਆਹ ਚੀਜ਼ਾਂ ਦੇਖਾਂਗੇ ਕਿ ਬੈਕਵਰਡ ਵੀ ਦੇਖਾਂਗੇ ਤੇ ਫਾਰਵਰਡ ਵੀ ਆਪਾਂ ਦੇਖਾਂਗੇ। ਅਗਰ ਇਹਦੇ ਵਿੱਚ ਕਿਤੇ ਸੀਰੀਜ਼ ਲਿਖਿਆ ਹੋਵੇ ਦੈਨ ਉਸ ਤੋਂ ਬਾਅਦ ਆਪਾਂ ਸਿਰਫ ਫਾਰਵਰਡ ਡਾਇਰੈਕਸ਼ਨ ਲਵਾਂਗੇ। ਸੋ ਇਹਦਾ ਪੂਰਾ ਕਨਸੈਪਟ ਮੈਂ ਤੁਹਾਨੂੰ ਸਮਝਾਇਆ ਹੋਇਆ। ਸੋ ਸਭ ਤੋਂ ਸੌਖਾ ਇਹਦਾ ਮੈਥਡ ਕੀ ਆ, ਪਲੇਸ ਵੈਲਿਊ ਲਿਖ ਲਓ। 3 ਹੋ ਗਿਆ, ਆਹ 15 ਹੋ ਗਿਆ, ਆਹ 13 ਹੋ ਗਿਆ, ਆਹ ਵੀ 13 ਹੋ ਗਿਆ, ਆਹ 5 ਹੋ ਗਿਆ, ਆਹ 18 ਹੋ ਗਿਆ, ਆਹ 3 ਹੋ ਗਿਆ, ਆਹ 9 ਹੋ ਗਿਆ, ਆਹ 1 ਹੋ ਗਿਆ, ਆਹ ਆਪਣੇ 12 ਹੋ ਗਿਆ। ਸੋ ਸਟਾਰਟਿੰਗ ਦੇ ਵਿੱਚ ਚੈੱਕ ਕਰਾਉਂਦੇ ਆਪਾਂ ਕਿੱਥੋਂ, ਦੇਖੋ ਕਿ 3 ਤੋਂ ਚੈੱਕ ਕਰਾਓ। 3 ਤੋਂ ਬਾਅਦ 4 5 6 7 8 9 10 11 12। ਹਾਂਜੀ, ਲਾਸਟ ਦੇ ਵਿੱਚ ਜਾ ਕੇ ਬਣਿਆ ਕਿ C ਤੋਂ ਲੈ ਕੇ L ਤੱਕ। ਮੈਂ ਇੱਥੇ ਸਾਈਡ ਤੇ ਲਿਖਦਾ ਜਾਊਂਗਾ ਕਿ C ਤੇ L ਤੱਕ ਦਾ ਇੱਕ ਜਿਹੜਾ ਪੇਅਰ ਬਣ ਗਿਆ ਫਾਰਵਰਡ ਦੇ ਵਿੱਚ। ਦੈਨ ਉਸ ਤੋਂ ਬਾਅਦ 15 ਤੋਂ ਚੈੱਕ ਕਰਾਓ। ਤੁਸੀਂ ਦੇਖੋ ਕਿ 15 16 17 18 19 18 ਸਭ ਤੋਂ ਸਾਡਾ ਵੱਡਾ ਨੰਬਰ ਆ। ਦੈਨ ਉਸ ਤੋਂ ਅੱਗੇ ਆਪਾਂ ਜਾਵਾਂਗੇ ਹੀ ਨਹੀਂ। 13 14 15 16 17 18 ਨਹੀਂ ਜਾਵਾਂਗੇ। ਆਹ ਵਾਲੇ 13 14 15 16 17 18 ਆਪਾਂ ਜਾਵਾਂਗੇ ਨਹੀਂ। 5 6 7 8 9 10 ਨਹੀਂ ਬਣਦਾ ਪਿਆ। 18 ਤੋਂ ਵੱਡਾ ਕੋਈ ਨੰਬਰ ਹੀ ਹੈ ਨਹੀਂ, ਅੱਗੇ ਪਿੱਛੇ ਜਿਹੜਾ ਬਣੂਗਾ ਹੀ ਨਹੀਂ। 13 14 3 4 5 6 ਨਹੀਂ ਬਣਦਾ ਪਿਆ। 9 10 11 ਨਹੀਂ ਬਣਦਾ ਪਿਆ। ਫਾਰਵਰਡ ਦੇ ਵਿੱਚ ਸਾਡੇ ਕੋਲ ਜਿਹੜਾ ਇੱਕ ਹੀ ਬਣਿਆ, ਪਰ ਤੁਸੀਂ ਦੇਖ ਲਓ ਕਿ ਆਪਸ਼ਨ ਦੇ ਵਿੱਚ 5 6 7 8 ਸਾਨੂੰ ਲਿਖਿਆ। ਇਹਦਾ ਮਤਲਬ ਕਿਤੇ ਨਾ ਕਿਤੇ ਸਾਨੂੰ ਹੋਰ ਜਿਹੜਾ ਦਿਮਾਗ ਵੀ ਲਗਾਉਣਾ ਪੈਣਾ। ਸੋ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਆਪਾਂ ਗੱਲ ਕਰਦੇ ਕਿਵੇਂ ਹੋ ਜਾਊਗਾ। ਸੋ ਤੁਸੀਂ ਦੇਖੋ ਕਿ 12 ਤੋਂ ਚੈੱਕ ਕਰਾਈਏ ਆਪਾਂ। 12 13 14 15 16 17 18 19 20 ਨਹੀਂ, 18 ਤੱਕ ਤਾਂ ਆਪਣੇ ਨੰਬਰ ਹੈਗੇ। ਇਹਦਾ ਮਤਲਬ 12 ਤੋਂ ਸਾਡੇ ਕੋਲ ਨਹੀਂ ਬਣਿਆ ਪਿਆ। 12 ਤੋਂ ਸਾਡਾ ਨਹੀਂ ਬਣਿਆ। ਦੈਨ ਉਸ ਤੋਂ ਬਾਅਦ ਦੇਖਾਂਗੇ ਕਿ ਆਪਾਂ 1 2 3। ਹਾਂਜੀ, ਆਹ ਦੇਖੋ ਕਿ 1 2 3 ਜਿਹੜਾ ਪੇਅਰ ਬਣਦਾ ਪਿਆ, ਇਹਦਾ ਮਤਲਬ A ਤੋਂ C ਤੱਕ ਦਾ ਜਿਹੜਾ ਇੱਕ ਪੇਅਰ ਮੇਰੇ ਕੋਲ ਹੋਰ ਬਣ ਗਿਆ। ਦੈਨ ਹੁਣ ਤੁਸੀਂ ਧਿਆਨ ਦੇ ਨਾਲ ਸਮਝਿਓ, ਇੱਥੇ ਰੁਕ ਨਾ ਜਾਇਓ, ਗਲਤੀ ਨਾ ਕਰਿਓ, ਤਾਂ ਤੁਸੀਂ ਹੋਰ ਚੈੱਕ ਕਰਾਓ 3 4 5। ਸੋ A ਤੋਂ ਲੈ ਕੇ E ਤੱਕ ਵੀ ਜਿਹੜਾ ਇੱਕ ਪੇਅਰ ਮੇਰੇ ਕੋਲ ਬਣਦਾ ਪਿਆ, A ਤੋਂ E ਤੱਕ ਜਿਹੜਾ ਪੇਅਰ ਮੇਰੇ ਕੋਲ ਬਣਦਾ ਪਿਆ। ਸੋ ਇੱਕ ਪੇਅਰ ਹੋਰ ਹੋ ਗਿਆ। ਦੈਨ ਅੱਗੇ ਚੈੱਕ ਕਰਾ ਲਓ 6 7 8 9। ਹੁਣ ਨਹੀਂ ਬਣੂਗਾ। ਇਹਦਾ ਮਤਲਬ A ਦੇ ਨਾਲ ਮੈਨੂੰ ਕਿੰਨੇ ਪੇਅਰ ਮਿਲੇ, 2 ਪੇਅਰ ਮਿਲੇ। ਦੈਨ ਹੁਣ ਤੁਸੀਂ ਚੈੱਕ ਕਰਾ ਲਓ ਕਿ 9 ਤੋਂ ਚੈੱਕ ਕਰਾਉਂਦੇ ਆਪਾਂ। 9 10 11 12 13। ਹੁਣ 9 ਤੋਂ ਲੈ ਕੇ ਇੱਥੇ ਤੱਕ ਵੀ ਜਿਹੜਾ ਇੱਕ ਪੇਅਰ ਹੋਰ ਬਣਦਾ ਪਿਆ। ਸੋ ਕੀ ਹੋ ਜਾਊਗਾ ਤੁਹਾਡਾ I ਤੋਂ ਲੈ ਕੇ M ਤੱਕ। I ਤੋਂ ਲੈ ਕੇ M ਤੱਕ ਇੱਕ ਪੇਅਰ ਤੁਹਾਡਾ ਹੋਰ ਬਣ ਗਿਆ। ਦੈਨ ਉਸ ਤੇ ਰੁਕਿਓ ਨਾ 14 15। ਸੋ ਇੱਥੋਂ ਇੱਕ ਪੇਅਰ ਜਿਹੜਾ ਹੋਰ ਬਣੂਗਾ। ਕਿਹੜਾ ਪੇਅਰ ਬਣੂਗਾ, ਉਹ ਕਿਹੜੇ ਪੇਅਰ ਦੀ ਗੱਲ ਕਰਦੇ ਆਪਾਂ। I ਤੋਂ ਲੈ ਕੇ ਤੁਹਾਡਾ ਜਿਹੜਾ O ਤੱਕ ਜਿਹੜਾ ਇੱਕ ਪੇਅਰ ਹੋਰ ਬਣ ਜਾਊਗਾ। ਸੋ ਤੁਸੀਂ ਦੇਖ ਲਓ ਇੰਨੇ ਪੇਅਰ ਤੁਸੀਂ ਜਿਹੜੇ ਪਿਆਰ ਦੇ ਨਾਲ ਬੜੇ ਬਣਾ ਚੁੱਕੇ ਆ। 1 2 3 4 5। ਸੋ 5 ਵੀ ਸਾਡਾ ਆਪਸ਼ਨ ਦੇ ਵਿੱਚ ਹੈਗਾ। ਸੋ ਪਰ ਇਹਦੇ ਵਿੱਚ ਜਿਹੜੇ 7 ਨੰਬਰ ਆਫ ਪੇਅਰ ਬਣਨਗੇ। 9 ਦੇ ਨਾਲ ਵੀ ਸਾਨੂੰ ਜਿਹੜੇ ਮਿਲ ਚੁੱਕੇ। ਦੈਨ ਅੱਗੇ ਆਪਾਂ ਚੈੱਕ ਕਰਾਵਾਂਗੇ ਕੀ ਹੋ ਜਾਊਗਾ ਸਾਡਾ। 3 ਤੋਂ ਚੈੱਕ ਕਰਾਓ। ਹੁਣ ਤੁਸੀਂ 1 ਤੋਂ ਤੁਸੀਂ ਦੇਖੋ ਕਿ 3 4 5। ਸੋ ਇਹ ਵੀ ਤੁਹਾਡਾ ਅਲੱਗ ਤੋਂ ਇੱਕ ਪੇਅਰ ਬਣੂਗਾ। ਇਹ ਤਾਂ ਤੁਹਾਡੇ 1 ਦੇ ਨਾਲ 3 ਤੱਕ ਪੇਅਰ ਬਣਿਆ। ਦੈਨ ਆਹ ਤੁਹਾਡਾ 3 ਤੋਂ ਲੈ ਕੇ E ਤੱਕ ਵੀ ਜਿਹੜਾ C ਤੋਂ ਲੈ ਕੇ E ਤੱਕ ਦਾ ਜਿਹੜਾ ਪੇਅਰ ਆ, ਇਹ ਵੀ ਆਪਣੇ ਆਪ ਦੇ ਵਿੱਚ ਬਣੂਗਾ। ਇੱਕ ਪੇਅਰ ਤੁਹਾਡਾ ਇਹ ਹੋ ਗਿਆ। ਹੁਣ ਤੁਸੀਂ ਚੈੱਕ ਕਰਾਓ 6 7 8 9। ਸੋ ਨਹੀਂ, ਇਹ ਪੇਅਰ ਤੁਹਾਡਾ ਇੱਕ ਅਲੱਗ ਤੋਂ ਬਣ ਗਿਆ। 18 ਤੋਂ ਚੈੱਕ ਕਰਾਵਾਂਗੇ ਆਪਾਂ। ਸਾਡਾ ਅੱਗੇ ਪਿੱਛੇ ਜਿਹੜਾ ਉਹ ਬਣਦਾ ਹੀ ਨਹੀਂ ਪਿਆ। 18 19 ਨਹੀਂ, ਸਾਨੂੰ ਲੋੜ ਹੀ ਨਹੀਂ। ਦੋਨਾਂ ਪਾਸਿਓਂ ਹੀ ਜਿਹੜਾ ਨਹੀਂ ਬਣੂਗਾ, ਕਿਉਂਕਿ 18 ਤੋਂ ਵੱਡਾ ਨੰਬਰ ਹੀ ਨਹੀਂ ਹੈਗਾ। 5 6 7 8 9। ਸੋ ਇਹਦੇ ਤੋਂ ਨਹੀਂ ਬਣਿਆ। ਸੋ ਸਾਡੇ 6 ਪੇਅਰ ਜਿਹੜੇ ਮੈਨੂੰ ਮਿਲ ਚੁੱਕੇ ਆ। ਦੈਨ ਉਸ ਤੋਂ ਬਾਅਦ ਦੇਖਾਂਗੇ ਕਿ ਆਹ ਦੇਖੋ 13 14 15। ਸੋ 13 14 15। ਸੋ ਇਹਦਾ ਮਤਲਬ ਲਾਸਟ ਦੇ ਵਿੱਚ ਪੇਅਰ ਮੇਰੇ ਕੋਲ ਕਿਹੜਾ ਬਣ ਗਿਆ, ਇੱਕ ਪੇਅਰ ਬਣ ਗਿਆ ਮੇਰੇ ਕੋਲ M ਤੋਂ ਲੈ ਕੇ O ਤੱਕ ਦਾ। M ਤੋਂ ਲੈ ਕੇ O ਤੱਕ ਦਾ ਪੇਅਰ ਜਿਹੜਾ ਇੱਕ ਬਣ ਗਿਆ, ਇੱਕ ਇਹ ਬਣ ਗਿਆ। ਦੈਨ ਤੁਸੀਂ ਦੇਖੋਗੇ ਇਸ 13 ਤੋਂ ਚੈੱਕ ਕਰਾ ਲਓ। 13 14 15 ਨਹੀਂ, 15 16 ਨਹੀਂ। ਸੋ ਸਾਡੇ ਕੋਲ ਆਹ ਜਿਹੜੇ ਨੰਬਰ ਆਫ ਪੇਅਰ ਬਣ ਗਏ ਕਿੰਨੇ ਹੋ ਗਏ, 1 2 3 4 5 6 7। ਦੈਨ ਨੰਬਰ ਆਫ ਪੇਅਰ ਸਾਡੇ ਕੋਲ ਕਿੰਨੇ ਬਣ ਗਏ ਪੂਰੇ ਕਮਰਸ਼ੀਅਲ ਲੈਟਰ ਦੇ ਵਿੱਚ 7। ਸੋ ਇਵੇਂ ਤੁਸੀਂ ਦੇਖਣਾ ਕਿ ਫਾਰਵਰਡ ਬੈਕਵਰਡ ਅਗਰ
ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਵੇ। ਸੋ ਫਾਰਵਰਡ ਵੀ ਦੇਖਣਾ, ਸੋ ਪਲੇਸ ਵੈਲਿਊ ਲਿਖ ਲਓ, ਉਹਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ। ਬਾਕੀ ਅਗਰ ਤੁਸੀਂ ਬੇਸਿਕਸ ਤੋਂ ਪੜ੍ਹਨਾ ਚਾਹੁੰਦੇ ਹੋ ਤਾਂ ਇਹ ਤੁਸੀਂ ਦੇਖ ਸਕਦੇ ਹੋ ਕੋਰਸਿਸ ਦੇ ਵਿੱਚ ਜਾ ਕੇ। ਸੋ ਆਹ ਤੁਹਾਡਾ ਇਹ ਵੀ ਇੰਪੋਰਟੈਂਟ ਕੁਐਸਚਨ ਤੁਹਾਡਾ ਕੋਡਿੰਗ ਡਿਕੋਡਿੰਗ ਦਾ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਨਾ ਇੱਕ ਕੁਐਸਚਨ ਜਿਹੜਾ ਕੋਡਿੰਗ ਡਿਕੋਡਿੰਗ ਦਾ ਤੁਹਾਡੇ ਹਰ ਲੈਕਚਰ ਦੇ ਵਿੱਚ ਜ਼ਰੂਰ ਹੋਵੇ, ਕਿਉਂਕਿ ਇਹ ਤਾਂ ਕਿ ਪੂਰੇ ਚਾਂਸਸ ਆ ਕਿ ਕੋਡਿੰਗ ਡਿਕੋਡਿੰਗ ਦਾ ਸਾਨੂੰ ਇੱਕ ਜਾਂ ਮਿਨੀਮਮ ਇੱਕ ਕੁਐਸਚਨ ਦਾ ਜਿਹੜਾ ਉਹ ਮਿਲੂਗਾ ਹੀ ਮਿਲੂਗਾ, ਚਾਹੇ ਉਹ ਜਿਹੜਾ ਵੀ ਮਰਜ਼ੀ ਪੇਪਰ ਹੋਵੇ। ਹੁਣ ਦਿਨ ਆਪਾਂ ਗੱਲ ਕਰਾਂਗੇ DANGER ਦੀ ਗੱਲ ਕਰਦੇ ਹਾਂ। ਡੇਂਜਰ ਨੂੰ ਭਾਈ ਕੀ ਲਿਖਿਆ ਹੋਇਆ, ਡੇਂਜਰ ਨੂੰ ਲਿਖਿਆ ਹੋਇਆ DG, ਸਾਡਾ ਕੀ ਹੋ ਜਾਊਗਾ E ਹੋ ਜਾਊਗਾ, ਆ P ਹੋ ਜਾਊਗਾ, ਆਹ S ਹੋ ਜਾਊਗਾ, ਆ F ਹੋ ਜਾਊਗਾ। ਸੋ ਸਭ ਤੋਂ ਪਹਿਲਾਂ ਪਲੇਸ ਵੈਲਿਊ ਲਿਖ ਲਓ, ਇਹਨਾਂ ਦੀ ਪਲੇਸ ਵੈਲਿਊ ਲਿਖ ਲਓ। ਇਹਦੀ ਕੀ ਆ ਭਾਈ 4 ਹੋ ਜਾਊਗੀ। ਦੈਨ ਆਹ ਕੀ ਹੋ ਜਾਊਗਾ 1, ਆ 14, ਆ 7, ਆ 5, ਆ 18, ਆ 6 ਹੋ ਜਾਊਗਾ, ਆ 19 ਹੋ ਜਾਊਗਾ, ਆ 16 ਹੋ ਜਾਊਗਾ, ਆ 5 ਹੋ ਜਾਊਗਾ, ਆ 7 ਹੋ ਜਾਊਗਾ, ਆ 4 ਹੋ ਜਾਊਗਾ। ਸੋ ਕਿਵੇਂ ਅਪਰੋਚ ਕਰਾਵਾਂਗੇ ਸਾਡੇ ਦਿਮਾਗ ਦੇ ਵਿੱਚ ਆਉਣੀ ਚਾਹੀਦੀ ਹੈ। ਤੁਸੀਂ ਦੇਖੋ ਕਿ 4 ਤੋਂ 4 0 ਤਾਂ ਕਿਤੇ ਹੋ ਨਹੀਂ ਸਕਦਾ। ਅਗਰ 0 ਹੋ ਗਿਆ ਉਸ ਤੋਂ ਬਾਅਦ 6 ਹੋ ਗਿਆ, ਦੈਨ ਉਸ ਤੋਂ ਬਾਅਦ -9 ਹੋ ਗਿਆ। ਸੋ ਇਹ ਕਹਾਣੀ ਕਿਤੇ ਵੀ ਜਿਹੜੀ ਨਹੀਂ ਮਿਲਦੀ ਪਈ। ਤੁਸੀਂ ਅਗਰ ਲਾਸਟ ਦੇ ਵਿੱਚ ਚੈੱਕ ਕਰਾਉਣਾ ਚਾਹੋਗੇ, ਤੁਸੀਂ ਦੇਖੋ ਕਿ 4 ਤੋਂ 6 ਤੱਕ ਤੁਸੀਂ ਕ੍ਰਾਸ ਦੇ ਵਿੱਚ ਇਵੇਂ ਜਾਣਾ ਚਾਹੋਗੇ, ਕ੍ਰਾਸ ਦੇ ਵਿੱਚ ਇਵੇਂ ਜਾਣਾ ਚਾਹੋਗੇ ਤਾਂ ਹਾਂਜੀ ਤੁਸੀਂ ਕੀ ਮੰਨ ਲਿਆ ਭਾਈ, ਦੇਖੋ ਕਿ +2 ਹੋ ਗਿਆ। ਦੈਨ ਕਿਤੇ ਨਾ ਕਿਤੇ ਫਿਰ ਇੱਧਰ ਨੂੰ ਵੀ +2 ਹੋਣਾ ਚਾਹੀਦਾ, ਪਰ ਇੱਥੇ ਤਾਂ ਸਾਡਾ 4 ਆ। ਸੋ ਕੀ ਆਪਾਂ ਦਿਮਾਗ ਲਗਾਵਾਂਗੇ, ਇਹਦੇ ਵਿੱਚ ਸਾਡੀ ਜਿਹੜੀ ਦਿੱਕਤ ਸਾਨੂੰ ਥੋੜੀ ਜਿਹੀ ਵੱਧਦੀ ਨਜ਼ਰ ਆਉਂਦੀ ਪਈ ਹੈ। ਪਰ ਜਿਹੜੇ ਨੰਬਰ ਸਾਡੇ ਕੋਲ ਆ ਕਿਤੇ ਉਹਨਾਂ ਨੂੰ ਚੈੱਕ ਕਰੋ ਕਿ ਤੁਹਾਨੂੰ ਨੰਬਰ ਜਿਹੜੇ ਕੁਝ ਨਾ ਕੁਝ ਜਿਹੜੇ ਇੱਕ ਦੂਸਰੇ ਦੇ ਕੋਲ ਆ ਕੀ ਉਹ ਕੋਈ ਫੀਲਿੰਗ ਦਿੰਦੇ ਪਏ ਆ। ਅਗਰ ਥੋੜੀ ਜਿਹੀ ਦਿੱਕਤ ਤੁਹਾਨੂੰ ਦਿਖਦੀ ਪਈ ਹੈ ਤਾਂ ਆਸਾਨੀ ਦੇਖ ਲੈਂਦੇ ਆਪਾਂ ਕਿ ਦੇਖੋ 18 ਤੇ 19, 5 ਤੇ 6 ਦੀ ਕੋਈ ਗੱਲ ਦਿਖਦੀ ਪਈ ਆ। ਹਾਂਜੀ ਇਹਨਾਂ ਦੀ ਜਿਹੜੀ ਆ ਕਹਾਣੀ ਉਹ ਬਣਦੀ ਪਈ ਆ ਕਿ 18 ਤੋਂ 19 ਤੱਕ ਮੈਂ ਇੱਥੋਂ ਤੱਕ ਆਉਣ ਲਈ ਕੀ ਕਰੂੰਗਾ, ਕ੍ਰਾਸ ਦੇ ਵਿੱਚ +1, 5 ਤੋਂ 6 ਦੇ ਵਿੱਚ ਆਉਣ ਲਈ +1 ਕਰੂੰਗਾ। ਦੈਨ ਸਿਮਿਲਰਲੀ ਤੁਸੀਂ ਦੇਖ ਲਓ ਕਿ 7 ਤੇ 5 ਦਾ ਵੀ ਜਿਹੜਾ ਤੁਹਾਨੂੰ ਕਿਤੇ ਨਾ ਕਿਤੇ ਉਹ ਪੇਅਰ ਦੇਖਣ ਨੂੰ ਉਹ ਜਿਹੜਾ ਜ਼ਰੂਰ ਮਿਲੂਗਾ। ਡੇਂਜਰ ਡਾਂਸਰ ਆ ਨਾ, ਇੱਥੇ ਇੱਕ DANC ਹੋਊਗਾ। ਆ ਡਾਂਸਰ ਹੋ ਜਾਊਗਾ। ਸੋ ਤੁਸੀਂ ਦੇਖ ਲਓ ਕਿ 3 ਤੇ 5 ਦੀ ਆਪਾਂ ਗੱਲ ਕਰਦੇ ਹਾਂ। ਸੌਰੀ ਤੁਸੀਂ ਲੈਟਰ ਉਹਨੂੰ ਦੇਖ ਕੇ ਮੈਂ ਜਿਹੜਾ ਗਲਤ ਲਿਖਤਾ ਸੀ। ਦੈਨ ਇੱਥੋਂ ਇੱਥੇ ਤੱਕ ਕੀ ਹੋ ਜਾਊਗਾ ਸਾਡਾ +2 ਹੋ ਜਾਊਗਾ। ਦੈਨ 14 ਤੋਂ 16 +2 ਹੋ ਜਾਊਗਾ। ਹੁਣ ਸਾਨੂੰ ਪਤਾ ਲੱਗ ਜਾਊਗਾ ਕਿ ਇੱਥੋਂ ਇੱਥੇ ਤੱਕ ਕੀ ਹੋ ਜਾਊਗਾ 3, ਇੱਥੋਂ ਇੱਥੇ ਤੱਕ ਕੀ ਹੋ ਜਾਊਗਾ 3। ਸੋ ਸਾਡਾ ਪਹਿਲੇ ਦੋਵਾਂ ਦੇ ਵਿੱਚ +3 ਹੋਇਆ, ਅਗਲਿਆਂ ਦੇ ਵਿੱਚ +2 ਹੋਇਆ, ਅਗਲਿਆਂ ਦੇ ਵਿੱਚ +1 ਹੋਇਆ। ਸੋ ਸਿਮਿਲਰਲੀ ਆਪਾਂ ਕੀ ਕਰਾਂਗੇ, ਇਹਨੂੰ ਵੀ ਆਪਾਂ ਦੇਖਾਂਗੇ ਕਿ ਭਾਈ ਪਬਲਿਕ ਦਾ ਕੋਡ ਜਿਹੜਾ ਉਹ ਪਬਲਿਕ ਦਾ ਕੋਡ ਜਿਹੜਾ ਕਿਵੇਂ ਲਿਖ ਦੇਵਾਂਗੇ ਆਪਾਂ, PUBLIC। ਸੋ ਇਹਦਾ ਕੋਡ ਆਪਾਂ ਜਿਹੜਾ ਉਹ ਲਿਖਾਂਗੇ ਕਿਵੇਂ, ਸਾਡਾ ਕੋਡ ਆ ਜਾਊਗਾ। ਸੋ ਪਹਿਲਿਆਂ ਦੇ ਵਿੱਚ ਆਪਾਂ ਕੀ ਕਰਾਂਗੇ, ਸੋ ਹੁਣ ਆਪਸ਼ਨ ਐਲੀਮੀਨੇਟ ਤੁਸੀਂ ਕਰ ਸਕਦੇ ਆ। ਕਿਵੇਂ ਕਰ ਸਕਦੇ, ਦੇਖੋ U21 ਆ, 21 ਦੇ ਵਿੱਚ ਆਪਾਂ 3 ਜੋੜਾਂਗੇ ਤਾਂ ਸਾਡੇ ਕੋਲ X ਆਊਗਾ। X ਮਤਲਬ ਆ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਸੋ ਇਹਦੇ ਵਿੱਚ ਵੀ ਤੁਸੀਂ ਦੇਖੋ XS ਹੋ ਜਾਊਗਾ, XS ਹੋ ਜਾਊਗਾ। ਤੀਸਰੇ ਲੈਟਰ ਤੋਂ ਜਿਹੜਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਆਨਸਰ ਜਿਹੜਾ ਕਿਹੜਾ ਦੇਣਾ। ਸੋ ਤੀਸਰੇ ਲੈਟਰ ਦਾ ਮਤਲਬ ਇਹਦੇ ਵਿੱਚ 2 ਜੋੜੂਗਾ ਤਾਂ ਦਿਨ ਇੱਥੇ N ਆ ਜਾਊਗਾ। ਸੋ ਤੁਹਾਨੂੰ ਪਤਾ ਕਿ N XSN। ਸੋ ਕੀ ਹੋ ਜਾਊਗਾ ਤੁਹਾਡਾ ਆਪਸ਼ਨ ਨੰਬਰ D ਇਸ ਕੁਐਸਚਨ ਦਾ ਜਿਹੜਾ ਆਨਸਰ ਹੋ ਜਾਊਗਾ। ਬਾਕੀ ਤੁਸੀਂ ਚੈੱਕ ਕਰਾ ਲਓ ਕਿ ਇੱਥੇ ਵੀ +2 ਕਰਾਂਗੇ D ਆ ਜਾਊਗਾ, ਦੈਨ ਇੱਥੇ +1 ਕਰਾਂਗੇ D ਆ ਜਾਊਗਾ, ਦੈਨ ਇੱਥੇ +1 ਕਰਾਂਗੇ ਸਾਡਾ J ਆ ਜਾਊਗਾ। ਸੋ XSNDJ ਜਿਹੜਾ ਸਾਡਾ ਇਹਦਾ ਆਨਸਰ ਉਹ ਹੋ ਜਾਊਗਾ। ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੇ ਉੱਤੇ। ਇਹ ਵੀ ਤੁਹਾਡਾ ਕੋਡਿੰਗ ਡਿਕੋਡਿੰਗ ਦਾ ਹੀ ਕੁਐਸਚਨ ਆ। ਇੱਕ ਸੈਕਿੰਡ ਰੁਕਿਓ। ਹਾਂਜੀ, ਕੋਡਿੰਗ ਡਿਕੋਡਿੰਗ ਦਾ ਕੁਐਸਚਨ ਤੁਹਾਡਾ। ਇਹਦੇ ਵਿੱਚ ਕੀ ਲਿਖਿਆ ਹੋਇਆ, ਥੋੜਾ ਜਿਹਾ ਫਾਸਟ ਕਰਦੇ ਆਪਾਂ। ਦੇਖੋ PHYSICS ਫਿਜ਼ਿਕਸ ਦਾ ਕੋਡ ਕੀ ਲਿਖਿਆ ਹੋਇਆ, CHIPSSY। ਇੱਕ ਕੁਐਸਚਨ ਧਿਆਨ ਦੇ ਨਾਲ ਇਹਨਾਂ ਦੇਖਣਾ ਹੁੰਦਾ, ਇਹਦੇ ਵਿੱਚ ਸੇਮ ਜਿਹੜੇ ਲੈਟਰ ਆ ਉਹੀ ਲੈਟਰ ਤੁਸੀਂ ਕੋਡਿੰਗ ਕਰਨ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਦੇਖਿਆ ਕਰੋ ਕਿ ਕਿਤੇ ਲੈਟਰ ਸੇਮ ਤਾਂ ਨਹੀਂ ਲਿਖੇ ਹੋਏ ਜਿਹੜੇ ਸਾਡੇ ਕੋਲ ਕੋਡ ਦੇ ਵਿੱਚ ਆ। ਸੋ ਤੁਸੀਂ ਦੇਖੋਗੇ ਕਿ C ਸਾਡੇ ਕੋਲ ਇੱਥੇ ਵੀ ਹੈਗੀ, H ਵੀ ਹੈਗੀ, H ਵੀ ਹੈਗੀ ਆ, I ਵੀ ਹੈਗੀ ਆ, P ਵੀ ਹੈਗੀ ਆ, S ਵੀ ਹੈਗਾ, Y ਵੀ ਹੈਗਾ। ਸੋ ਕਿਵੇਂ ਲਿਖਿਆ ਹੋਊਗਾ, ਸੋ ਇਹਦੇ ਵਿੱਚ ਤੁਹਾਡਾ ਜਿਹੜਾ ਡਿਕਸ਼ਨਰੀ ਆਰਡਰ ਫੋਲੋ ਕੀਤਾ ਗਿਆ ਹੋਇਆ ਕਿ ਜਿਹੜੇ ਫਿਜ਼ਿਕਸ ਦੇ ਵਰਡਾਂ ਨੂੰ ਐਜ਼ ਅ ਪਰ ਡਿਕਸ਼ਨਰੀ ਆਰਡਰ ਲਿਖ ਦਿੱਤਾ। ਸਭ ਤੋਂ ਪਹਿਲਾਂ CHIPSSY ਤੁਸੀਂ ਇਹ ਸਾਰਾ ਦੇਖ ਸਕਦੇ ਹੋ ਕਿ 3 ਹੋ ਜਾਊਗਾ, 8, 9, 16, 19, 19 ਤੇ 25। ਇਹਨੂੰ ਜਿਹੜਾ ਆ ਸੀਰੀਅਲ ਵਾਈਜ਼ ਅਰੇਂਜ ਕਰ ਦਿੱਤਾ ਐਜ਼ ਪਰ ਇੰਗਲਿਸ਼ ਅਲਫਾਬੈਟੀਕਲ ਆਰਡਰ। ਸੋ ਆਪਾਂ ਇੱਥੇ ਹੀ ਦੇਖਾਂਗੇ ਕਿ ਹਿਸਟਰੀ ਨੂੰ ਆਪਾਂ ਕੀ ਲਿਖਾਂਗੇ, HISTORY। ਇਵੇਂ ਹੀ ਲਿਖਿਆ ਜਾਂਦਾ ਹਿਸਟਰੀ। ਸੋ ਸਾਨੂੰ ਪਤਾ ਆ ਹੋ ਗਿਆ 8, 9 ਹੋ ਗਿਆ, 19 ਹੋ ਗਿਆ, 20 ਹੋ ਗਿਆ, 15 ਹੋ ਗਿਆ, 18 ਹੋ ਗਿਆ ਤੇ 25 ਆ। ਲਾਸਟ ਦੇ ਵਿੱਚ 25 ਆ ਜਾਊਗਾ। 25 ਸਾਡਾ ਸਾਰਿਆਂ ਕੋਲ ਵਿੱਚ ਹੀ ਆ। C ਸਾਡਾ ਆਪਸ਼ਨ ਨਹੀਂ ਹੋ ਸਕਦਾ ਕਿਉਂਕਿ ਲਾਸਟ ਦੇ ਵਿੱਚ 22 ਹੀ ਆ ਜਾਊਗਾ। ਦੈਨ ਉਸ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਆ, HI ਤੁਹਾਡਾ ਐਜ਼ ਇਟ ਇਜ਼ ਰਹਿ ਜਾਊਗਾ 8, 9, 9 ਤੋਂ ਵੱਡਾ ਕਿਹੜਾ ਆ, 9 ਤੋਂ ਵੱਡਾ 15, ਦੈਨ ਇੱਥੇ ਉਹ ਆ ਜਾਊਗਾ HIO ਸਾਰਿਆਂ ਤੇ ਹੈਗਾ। ਦੈਨ ਉਸ ਤੋਂ ਬਾਅਦ 15 ਤੋਂ ਬਾਅਦ ਕੀ ਆ ਜਾਊਗਾ ਸਾਡਾ 18 ਆ ਜਾਊਗਾ। 18 ਤੋਂ ਬਾਅਦ ਸਾਡਾ 19 ਆ ਜਾਊਗਾ। 19 ਤੋਂ ਬਾਅਦ
20 ਆ ਜਾਊਗਾ, 20 ਤੋਂ ਬਾਅਦ ਸਾਡਾ 25 ਆ ਜਾਊਗਾ। ਸੋ ਤੁਸੀਂ ਦੇਖ ਲਓ HIORSTY ਇਹ ਨਹੀਂ ਹੋ ਸਕਦਾ, ਆਹ ਜਿਹੜਾ ਆ ਇਹ ਨਹੀਂ ਹੋ ਸਕਦਾ। ਸੋ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਜਿਹੜਾ ਆਨਸਰ ਉਹ ਸਹੀ ਜਿਹੜਾ ਹੋ ਜਾਊਗਾ। ਹੋਪ ਸੋ ਤੁਹਾਨੂੰ ਇਹ ਜਿਹੜਾ ਸਮਝ ਲੱਗ ਗਿਆ ਹੋਊਗਾ। ਆਹ ਤੁਹਾਡਾ ਕੁਐਸਚਨ ਆ, ਹਾਂਜੀ ਇੱਕ ਆ ਡਾਈਸ ਦਾ ਕੁਐਸਚਨ। ਦੈਨ ਉਸ ਤੋਂ ਬਾਅਦ ਉਹ ਜਿਹੜੇ 3 ਕੁਐਸਚਨ ਤੁਹਾਡੇ ਸਕਿਪ ਕੀਤੇ ਸੀ ਆਪਾਂ ਕੋਡਡ ਬਲੱਡ ਰਿਲੇਸ਼ਨ ਵਾਲੇ, ਉਹ ਵੀ ਆਪਾਂ ਕਰਾਂਗੇ ਕਿਉਂਕਿ ਤੁਹਾਡਾ ਜਿਹੜਾ ਕੈਲਕੂਲੇਸ਼ਨ ਜਿਹੜੀ ਸੀਰੀਜ਼ ਤੇ ਉਹ ਜਿਹੜੀ ਤੁਹਾਡੀ ਜ਼ਿਆਦਾ ਹੋ ਗਈ ਸੀ, ਇਸ ਸੋਚਿਆ ਕਰਕੇ ਤੁਹਾਨੂੰ ਥੋੜਾ ਜਿਹਾ ਆਰਾਮ ਦੇ ਦਿੰਦੇ ਆ। ਸੋ ਹੋਪ ਸੋ ਤੁਹਾਨੂੰ ਇਹ ਕੁਐਸਚਨ ਵਿਜ਼ੀਬਲ ਹੋਊਗਾ। ਸੋ ਇਹਦੇ ਵਿੱਚ ਕੀ ਲਿਖਿਆ ਹੋਊਗਾ, 5 1 25 ਲਿਖਿਆ ਹੋਇਆ, 6 2 18 ਲਿਖਿਆ ਹੋਇਆ, 10 4 ਜਿਹੜਾ 25 ਲਿਖਿਆ ਹੋਇਆ, 3 3 ਨੂੰ ਕੀ ਲਿਖਿਆ ਜਾਊਗਾ। ਸੋ ਇਹਦੇ ਵਿੱਚ ਆਪਾਂ ਨੇਚਰ ਪਛਾਣਾਂਗੇ ਤਾਂ ਤੁਸੀਂ ਦੇਖੋ ਕਿ ਵੱਡਾ ਨੰਬਰ ਜਿਹੜਾ ਸਾਡਾ ਆ, ਵੱਡਾ ਨੰਬਰ ਉਹ ਇਸ ਸਾਈਡ ਆਉਂਦਾ ਪਿਆ, ਵੱਡਾ ਨੰਬਰ ਇਸ ਸਾਈਡ ਆਉਂਦਾ ਪਿਆ, ਵੱਡਾ ਨੰਬਰ ਇਸ ਸਾਈਡ ਆਉਂਦਾ ਪਿਆ, ਕਿਉਂਕਿ ਲੈਟਰ ਸਾਡੇ ਕੋਲ ਬਹੁਤ ਛੋਟੇ ਛੋਟੇ। ਸੋ ਕਿਵੇਂ ਇਸ ਚੀਜ਼ ਕੁਐਸਚਨ ਨੂੰ ਕਰ ਸਕਦੇ ਤੁਸੀਂ, ਬਹੁਤ ਹੀ ਵਧੀਆ ਤੁਹਾਡਾ ਪਿਆਰਾ ਜਿਹਾ ਕੁਐਸਚਨ ਆ। ਤੁਸੀਂ ਦੇਖੋ ਕਿ ਅਗਰ 5 ਦਾ 1 ਨਾਲ ਗੁਣਾ ਕਰੋਗੇ ਤਾਂ ਤੁਹਾਡਾ ਕੀ ਹੋ ਜਾਊਗਾ, 25 ਤਾਂ ਆ ਨਹੀਂ ਸਕਦਾ। ਤੁਹਾਡੇ ਦਿਮਾਗ ਦੇ ਵਿੱਚ ਕੀ ਆਊਗਾ ਕਿ ਭਾਈ 5 ਦਾ ਸਕੇਅਰ ਕਰਕੇ ਉਹਦਾ ਤੁਸੀਂ 1 ਨਾਲ ਗੁਣਾ ਕਰ ਦੋਗੇ, ਦੈਨ ਤੁਹਾਡਾ 25 ਆ ਜਾਊਗਾ। ਸੋ ਤੁਹਾਡੇ ਦਿਮਾਗ ਦੇ ਵਿੱਚ ਇਹ ਵੀ ਆ ਜਾਊਗਾ ਕਿ ਭਾਈ 6 ਦਾ ਸਕੇਅਰ ਕਰਕੇ ਕਿੰਨਾ ਕਰ ਦੋਗੇ, 6 ਦਾ ਸਕੇਅਰ ਕਰਕੇ 2 ਨਾਲ ਗੁਣਾ ਕਰ ਦੋਗੇ, ਦੈਨ ਇੱਥੇ ਤੁਹਾਡਾ ਕਿੰਨਾ ਆਉਣਾ ਚਾਹੀਦਾ 72। ਪਰ ਆ ਕਿੰਨਾ ਰਿਹਾ 18। ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਹੋਣਾ ਕਿ 25 ਤਾਂ ਇੱਦਾਂ ਹੀ ਆ ਰਿਹਾ, ਪਰ ਤੁਸੀਂ ਇੱਥੇ 72 ਆਉਂਦਾ ਪਿਆ। ਪਰ ਫਿਰ ਤੁਸੀਂ ਕੀ ਕਰ ਸਕਦੇ ਆ, ਅਗਰ ਇਸੇ ਜਿਹੜਾ 5 ਦਾ ਸਕੇਅਰ ਕਰਕੇ, ਸਕੇਅਰ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਕਰਾਂਗੇ, ਪਰ ਉਸ ਤੋਂ ਬਾਅਦ ਤੁਸੀਂ ਅਗਰ ਇਹਦਾ ਡਿਵਾਈਡ ਕਰ ਦੋਗੇ ਤਾਂ ਉਹਦੇ ਨਾਲ ਤੁਹਾਡਾ 25 ਹੁਣ ਵੀ ਜਿਹੜਾ ਰਹਿ ਰਿਹਾ। ਸੋ ਸਿਮਿਲਰਲੀ ਤੁਸੀਂ ਕਰੋਗੇ ਕਿ 6 ਦਾ ਸਕੇਅਰ ਕਰੋਗੇ, ਦੈਨ ਉਸ ਤੋਂ ਬਾਅਦ ਇਹਦਾ ਅਗਰ ਬਟਾ 2 ਕਰ ਦੋਗੇ ਤਾਂ ਤੁਹਾਨੂੰ ਹੁਣ ਪਤਾ ਕਿ ਜਿਹੜਾ 36 ਦਾ ਅੱਧ ਕਿੰਨਾ ਹੋ ਜਾਂਦਾ 18। ਸੋ ਸਿਮਿਲਰਲੀ ਤੁਸੀਂ ਦੇਖ ਲਓ ਕਿ 10 ਦਾ ਸਕੇਅਰ ਕਰੋਗੇ ਤਾਂ ਤੁਹਾਡਾ ਕਿੰਨਾ ਕਰ ਜੋਗੇ, ਤੁਸੀਂ 4 ਨਾਲ ਕਰੋਗੇ, ਤੁਹਾਡਾ ਆਹ ਕੀ ਆ ਜਾਊਗਾ, 4 ਦੂਣੀ 8 ਹੋ ਜਾਊਗਾ, ਸੌਰੀ 2 ਦੂਣੀ 4 ਹੋ ਜਾਊਗਾ, 5 ਦੂਣੀ 10 ਹੋ ਜਾਊਗਾ। ਆ ਵੀ ਤੁਹਾਡਾ ਕਿੰਨਾ ਹੋ ਜਾਊਗਾ 5 ਦੂਣੀ 10। ਸੋ ਕਿੰਨਾ ਆ ਜਾਊਗਾ ਤੁਹਾਡਾ 25 ਜਿਹੜਾ ਐਜ਼ ਇਟ ਇਜ਼ ਲਿਖਿਆ ਹੋਇਆ। ਬਾਕੀ ਤੁਸੀਂ ਦੇਖ ਸਕਦੇ ਸੀ ਕਿ 25 ਚੌਕਾ 100 ਜਿਹੜਾ ਹੁੰਦਾ ਹੀ ਆ ਉਹ। ਸੋ ਤੁਸੀਂ ਦੇਖ ਸਕਦੇ, ਦੈਨ ਉਸ ਤੋਂ ਬਾਅਦ ਕੀ ਆ ਜਾਊਗਾ, 3 ਨੂੰ 3 ਦਾ ਸਕੇਅਰ ਕਰਾਂਗੇ, ਡਿਵਾਈਡ ਕਰਾਂਗੇ ਆਪਾਂ, ਡਿਵਾਈਡ ਵੀ ਕਰਾਂਗੇ 3 ਦੇ ਨਾਲ। ਸੋ 1 3 ਨਾਲ 1 3 ਜਿਹੜਾ ਕੱਟਿਆ ਜਾਊਗਾ। ਸੋ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਜਿਹੜਾ ਆਨਸਰ ਹੋ ਜਾਊਗਾ। ਦੂਸਰੀ ਤਰ੍ਹਾਂ ਕੀ ਕਹਿ ਲਓ ਕਿ 3 ਦਾ ਕਿਊਬ ਮਾਈਨਸ 3 ਪਾਵਰ 1 ਜਿਹੜੀ ਕੱਟੀ ਜਾਊਗੀ। ਹੋਪ ਸੋ ਤੁਹਾਨੂੰ ਇਸ ਕੁਐਸਚਨ ਦਾ ਜਿਹੜਾ ਆਨਸਰ ਉਹ ਸਮਝ ਲੱਗ ਗਿਆ ਹੋਊਗਾ। ਆਹ ਕੁਐਸਚਨ ਆ ਤੁਹਾਡਾ, ਆਹ ਸਿਰਫ ਸਾਡੇ ਇਹਦੇ ਵਿੱਚ ਲਿਖੀ ਹੋਈ ਆ ਕਿ ਵਿਚ ਡਾਈਸ ਕੈਨ ਵੀ ਫਾਰਮਡ, ਕਿਹੜੀ ਡਾਈਸ ਜਿਹੜੀ ਬਣਾਈ ਜਾ ਸਕਦੀ ਆ। ਸੋ ਇਹਦੇ ਵਿੱਚ ਦੇਖਾਂਗੇ ਕਿ ਆਪਾਂ, ਚਲੋ ਉਹ ਤਾਂ ਸਿਰਫ ਇੰਨਾ ਲਿਖਿਆ ਕਿ ਕਿਹੜੀ ਡਾਈਸ ਬਣਾ ਸਕਦੀ ਹੈ, ਇੱਕ ਵਾਰੀ ਦੇਖ ਲਓ। ਦੈਨ ਇਸ ਤੋਂ ਬਾਅਦ ਸਾਡਾ ਇਸ ਕੁਐਸਚਨ ਨੂੰ ਆਪਾਂ ਫਰੇਮ ਦੇ ਵਿੱਚ ਰੱਖਦੇ ਹਾਂ। ਫਰੇਮ ਦੇ ਵਿੱਚ ਰੱਖ ਕੇ ਆਪਾਂ ਕੀ ਦੇਖਦੇ ਹਾਂ ਕਿ ਭਾਈ ਕੀ ਹੋ ਜਾਊਗਾ, ਅਲਟਰਨੇਟ ਸਰਫੇਸ ਜਿਹੜੇ ਇੱਕ ਦੂਸਰੇ ਦੇ ਓਪੋਜ਼ਿਟ ਹੋ ਜਾਣਗੇ। ਇਹਦਾ ਮਤਲਬ ਆਹ ਜਿਹੜਾ ਸਰਫੇਸ ਆ, ਇਹ ਜਿਹੜਾ ਸਰਫੇਸ ਆ, ਇਹਦੇ ਸਰਫੇਸ ਤੇ ਇੱਕ ਜਿਹੜਾ ਡਾਟ ਆ ਜਾਊਗਾ, ਆ ਜਿਹੜਾ ਇਹਦਾ ਪੂਰਾ ਜਿਹੜਾ ਸ਼ੇਡਡ ਰੀਜਨ ਆ ਉਹ, ਇਹ ਸਾਡਾ ਤੁਹਾਡਾ ਇਵੇਂ ਬਣ ਕੇ ਜਿਹੜਾ ਉਹ ਆ ਜਾਊਗਾ। ਕਲੀਅਰ ਹੈ ਜੀ। ਦੈਨ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦੂਸਰੀ ਦੇਖ ਲਓ ਕਿ ਆ ਜਿਹੜੇ 2 ਵਾਈਟ ਆ ਉਹ ਇੱਕ ਦੂਸਰੇ ਦੇ ਓਪੋਜ਼ਿਟ ਹੋ ਜਾਣਗੇ, 2 ਵਾਈਟ ਜਿਹੜੇ ਐਜ਼ ਇਟ ਇਜ਼ ਇੱਕ ਦੂਸਰੇ ਦੇ ਓਪੋਜ਼ਿਟ ਹੋ ਜਾਣਗੇ, ਵਾਈਸ ਵਰਸਾ। ਦੈਨ ਉਸ ਤੋਂ ਬਾਅਦ ਕੀ ਹੋ ਜਾਊਗਾ ਤੁਹਾਡਾ, ਇੱਕ ਜਿਹੜਾ ਆਹ ਵਾਲਾ ਆ, ਇੱਕ ਮਿਡਲ ਵਾਲਾ ਪੋਰਸ਼ਨ ਹੁਣ ਰਿਮੇਨਿੰਗ ਰਹਿ ਜਾਊਗਾ। ਦੈਨ ਆਹ ਜਿਹੜਾ ਤੁਹਾਡਾ ਪੂਰਾ ਪੋਰਸ਼ਨ ਬਚਿਆ, ਇੱਕ ਜਿਹੜਾ ਆਹ ਡਾਰਕ ਬਣਿਆ ਤੁਹਾਡਾ, ਇਸ ਡਾਰਕ ਦੇ ਰਿਗਾਰਡਿੰਗ ਦੂਸਰਾ ਕਿਹੜਾ ਆ ਜਾਊਗਾ ਤੁਹਾਡਾ, ਇੱਕ ਜਿਹੜਾ ਦੂਸਰਾ ਵਾਈਟ ਸਰਫੇਸ ਆ ਜਾਊਗਾ। ਸੋ ਇਹ ਤੁਹਾਡੇ ਓਪੋਜ਼ਿਟ ਪੇਅਰ ਦੀ ਜਿਹੜਾ ਕੰਬੀਨੇਸ਼ਨ ਬਣ ਗਿਆ। ਦੈਨ ਹੁਣ ਸਾਨੂੰ ਪਤਾ ਕਿ ਐਡਜੈਸੈਂਟ ਫੇਸ ਅਗਰ ਓਪੋਜ਼ਿਟ ਫੇਸ ਹੋ ਗਿਆ ਤਾਂ ਇੱਕ ਦੂਸਰੇ ਦੇ ਐਡਜੈਸੈਂਟ ਨਹੀਂ ਹੋਣੇ ਚਾਹੀਦੇ। ਇੱਕੋ ਹੀ ਟਰਮ ਐਂਡ ਕੰਡੀਸ਼ਨ ਆ, ਟੂ ਓਪੋਜ਼ਿਟ ਸਰਫੇਸ ਕੈਨ ਨੈਵਰ ਬੀ ਸੀਨ ਟੂਗੈਦਰ ਔਰ ਹਿਡਨ ਟੂਗੈਦਰ। ਸੋ ਨਾ ਤਾਂ ਕਦੀ ਇਕੱਠੇ ਦੇਖ ਸਕਦੇ ਆ, ਨਾ ਤਾਂ ਕਦੀ ਇਕੱਠੇ ਛੁਪ ਸਕਦੇ। ਅਗਰ ਛੁਪ ਵੀ ਗਏ ਤਾਂ ਵੀ ਉਹ ਇਕੱਠੇ ਹੀ ਹੋਣਗੇ। ਸੋ ਇਹਦੀ ਥੀਮ ਲਾਈਨ ਆ ਪੂਰਾ ਡਾਈਸ ਚੈਪਟਰ ਦੇ ਵਿੱਚ ਤੁਹਾਨੂੰ ਸਮਝਾਇਆ ਗਿਆ। ਸੋ ਆਪਾਂ ਦੇਖਾਂਗੇ ਕੀ ਹੋ ਜਾਊਗਾ। ਪਹਿਲੀ ਡਾਈਸ ਦੀ ਗੱਲ ਕਰਦੇ ਆ। ਪਹਿਲੀ ਡਾਈਸ ਤੁਸੀਂ ਆਪਸ਼ਨ ਦੇ ਰਾਹੀਂ ਵੀ ਆਪਾਂ ਇਹਨਾਂ ਨੂੰ ਸੋਲਵ ਕਰਾਂਗੇ। ਤੁਸੀਂ ਦੇਖ ਲਓ ਕਿ ਅਗਰ ਸਾਡੀ ਪਹਿਲੀ ਡਾਈਸ ਬਣ ਗਈ ਤਾਂ ਦੂਸਰਾ ਤੇ ਪਹਿਲਾ ਤੇ ਤੀਸਰਾ ਆਪਸ਼ਨ ਸਾਡਾ ਐਜ਼ ਇਟ ਇਜ਼ ਜਿਹੜਾ ਕੱਟਿਆ ਜਾਊਗਾ। ਸੋ ਕਿਵੇਂ ਆਪਾਂ ਦੇਖਾਂਗੇ ਕਿ ਤੁਸੀਂ ਦੇਖ ਲਓ ਕਿ ਆਹ ਸਾਡੀ ਵਾਈਟ ਸਰਫੇਸ, 2 ਵਾਈਟ ਸਰਫੇਸ ਆ। ਮੈਂ ਮੰਨ ਲਿਆ ਕਿ ਇੱਕ ਵਾਈਟ ਸਰਫੇਸ ਜਿਹੜਾ ਆਹ ਵਾਲਾ ਲੈ ਲਿਆ, ਇੱਕ ਵਾਈਟ ਸਰਫੇਸ ਇਹ ਲੈ ਲਿਆ, ਦੈਨ ਉਸ ਤੋਂ ਬਾਅਦ ਆਹ ਡਾਟ ਲੈ ਲਿਆ। ਇਹਦਾ ਮਤਲਬ ਆਹ ਤਿੰਨੋਂ ਜਿਹੜੀ ਆ, ਇੱਕ ਵਾਰੀ ਆਹ ਲੈ ਲਿਆ, ਇੱਕ ਵਾਰੀ ਇਹ ਲਾ ਲਿਆ। ਇਹਦਾ ਮਤਲਬ ਪਹਿਲੀ ਡਾਈਸ ਜਿਹੜੀ ਬਣਦੀ ਪਈ ਆ। ਸੋ ਇਹਦਾ ਮਤਲਬ ਆ ਵੀ ਕੱਟ ਹੋ ਗਿਆ, ਆ ਵੀ ਕੱਟ ਹੋ ਗਿਆ। ਦੈਨ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਇਹਦੇ ਵਿੱਚ 3 ਵੀ ਹੈਗਾ, 3 ਵੀ ਜਿਹੜਾ ਬਣਿਆ ਜਾ ਸਕਦਾ। ਸੋ ਚੌਥਾ ਚੈੱਕ ਕਰਾ ਲਓ। ਅਗਰ ਤੀਸਰਾ ਚੈੱਕ ਕਰਾ ਲਓਗੇ ਤਾਂ ਦੈਨ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜਾ ਜਿਹੜਾ ਸਹੀ ਹੋ ਜਾਊਗਾ। ਸੋ ਚੌਥੇ ਨੂੰ ਚੈੱਕ ਨਾ ਕਰਾਓ, ਤੀਸਰਾ ਤੁਸੀਂ ਸਭ ਤੋਂ
ਪਹਿਲਾਂ ਚੈੱਕ ਕਰਾ ਲਓ। ਸੋ ਤੀਸਰੇ ਦੇ ਵਿੱਚ ਆਪਾਂ ਦੇਖਾਂਗੇ ਕਿ ਆ ਜਿਹੜਾ ਇੱਕ ਡਾਰਕ ਸਰਫੇਸ ਆ, ਮੈਂ ਮੰਨ ਲਿਆ ਕਿ ਉਹ ਡਾਰਕ ਸਰਫੇਸ ਆਪਾਂ ਇਹ ਵਾਲਾ ਲੈ ਲਿਆ। ਦੈਨ ਇੱਕ ਵਾਈਟ ਪੋਰਸ਼ਨ ਦੀ ਗੱਲ ਕਰਦੇ ਹਾਂ ਕਿ ਮੰਨ ਲਿਆ ਇਹਨਾਂ ਦੋਨਾਂ 'ਚ ਜਿਹੜਾ ਮਰਜ਼ੀ ਡਾਰਕ ਵਾਈਟ ਪੋਰਸ਼ਨ ਲੈ ਲਿਆ। ਦੈਨ ਆਹ ਡੈਸੀਮਲ ਦੇ ਵਿੱਚੋਂ ਆਪਾਂ ਆਹ ਵਾਲਾ ਡੈਸੀਮਲ ਲੈ ਲਿਆ, ਇਹਦਾ ਮਤਲਬ ਥਰਡ ਵੀ ਬਣਦਾ ਪਿਆ। ਟੌਪ ਮੋਸਟ ਦੀ ਆਪਾਂ ਆਹ ਗੱਲ ਕਰ ਲਈ, ਲੈਫਟ ਮੋਸਟ ਦੀ ਆਪਾਂ ਇਹ ਗੱਲ ਕਰ ਲਈ, ਰਾਈਟ ਮੋਸਟ ਦੀ ਆਪਾਂ ਜਿਹੜੀ ਗੱਲ ਇਹ ਕਰ ਲਈ, ਇਹਦਾ ਮਤਲਬ ਤੀਸਰੀ ਡਾਈਸ ਵੀ ਬਣਦੀ ਪਈ ਆ। ਇਹਦਾ ਮਤਲਬ ਤੀਸਰੀ ਡਾਈਸ ਵੀ ਬਣੂਗੀ। ਸੋ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਜਿਹੜਾ ਸਹੀ ਆਨਸਰ ਹੋ ਜਾਊਗਾ। ਕਿਉਂ ਸਾਡੀ ਡਾਈਸ ਚੌਥੀ ਵੀ ਬਣੂਗੀ। ਦੈਨ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਦੂਸਰੀ ਡਾਈਸ ਜਿਹੜੀ ਕਿਸੇ ਹਾਲਤ ਦੇ ਵਿੱਚ ਵੀ ਨਹੀਂ ਬਣੂਗੀ, ਚੌਥੀ ਨੂੰ ਵੀ ਆਪਾਂ ਜਿਹੜਾ ਚੈੱਕ ਕਰਾ ਲੈਂਦੇ ਇੱਕ ਵਾਰੀ ਤੁਹਾਡੀ ਸ਼ੱਕ ਦੇ ਲਈ। ਸੋ ਤੁਸੀਂ ਦੇਖ ਲਓ ਕਿ ਤੁਸੀਂ ਆਹ ਦੇਖ ਲਓ ਕਿ ਇਹਦੇ ਨਾਲ ਜਿਹੜਾ ਇੱਕ ਮੰਨ ਲਿਆ ਕਿ ਆਪਾਂ ਇੱਕ ਡਾਰਕ ਸਰਫੇਸ ਆਹ ਹੋ ਗਿਆ, ਪਰ ਦੇਖੋ ਕਿ ਆਹ ਦੋ ਸਰਫੇਸ ਕਦੀ ਵੀ ਇਕੱਠੇ ਨਹੀਂ ਆ ਸਕਦੇ, ਇਹਦਾ ਮਤਲਬ ਇਹ ਗਲਤ ਹੋ ਗਿਆ। ਚੌਥਾ ਕਿਵੇਂ ਬਣੂਗਾ? ਹੁਣ ਚੌਥੇ ਦੀ ਗੱਲ ਕਰ ਲਓ ਕਿ ਆਹ ਦੋਨੋਂ ਸਰਫੇਸ ਮੈਂ ਅਲੱਗ ਤੋਂ ਲੈ ਲਿਆ, ਇਹ ਦੋਨੋਂ ਸਰਫੇਸ ਜਿਹੜੇ ਕਿ ਡਾਰਕ ਆ, ਦੈਨ ਆਹ ਮਿਡਲ ਦੇ ਦੋਨਾਂ ਦੇ ਵਿੱਚੋਂ ਕੋਈ ਵੀ ਲੈ ਲਿਆ ਤਾਂ ਦੈਨ ਇਹ ਮੇਰਾ ਜਿਹੜਾ ਆਨਸਰ ਹੋ ਜਾਊਗਾ। ਸੋ ਚੌਥਾ ਵੀ ਇਸ ਕਰਕੇ ਬਣੂਗਾ। ਹੋਪ ਸੋ ਤੁਹਾਨੂੰ ਇਹ ਜਿਹੜਾ ਸਮਝ ਲੱਗ ਗਿਆ ਹੋਊਗਾ। ਥੈਂਕਸ ਤੁਹਾਡਾ। ਆਪਾਂ ਹੱਲੇ ਨਹੀਂ ਕਰਨਾ ਜੀ, ਤੁਹਾਡੇ 3 ਕੁਐਸਚਨ ਜਿਹੜੇ ਆਪਾਂ ਲੀਵ ਕੀਤੇ ਉਹ ਆਪਾਂ ਕਰਦੇ ਹਾਂ ਜਲਦੀ ਤੋਂ ਜਲਦੀ। ਆਪਾਂ ਥੋੜ੍ਹਾ ਜਿਹਾ ਤੁਹਾਨੂੰ ਡਰਾਵਣੇ ਦੇਖਣ ਨੂੰ ਜ਼ਰੂਰ ਲੱਗਣਗੇ। ਡਰਾਵਣੇ ਇਨ ਦਾ ਸੈਂਸ ਕਿ ਥੋੜ੍ਹੇ ਜਿਹੇ ਕੀ ਕਹਿਣਾ ਕੈਲਕੂਲੇਸ਼ਨ ਇਹਦੇ ਵਿੱਚ ਜ਼ਿਆਦਾ ਕਰਨੀ ਪੈਣੀ, ਪਰ ਕੈਲਕੂਲੇਸ਼ਨ ਦਾ ਇਹਦੇ ਵਿੱਚ ਬਹੁਤ ਹੀ ਘੱਟ ਪਾਰਟ ਆ। ਤੁਸੀਂ ਦੇਖ ਲਓ ਕਿ ਸਟੇਟਮੈਂਟਾਂ ਸਾਨੂੰ ਦਿੱਤੀਆਂ ਹੋਈਆਂ, ਬਹੁਤ ਉਮੀਦ ਆ ਤੁਸੀਂ ਘੱਟ ਕੁਐਸਚਨ ਦੇਖਿਆ ਹੋਣਾ। ਇਹ ਐਸ ਹੈ ਟੀ ਦ ਸਨ ਆਫ ਟੀ ਐਟ ਦਾ ਰੇਟ। ਹੁਣ ਕਿਉਂਕਿ ਤੁਸੀਂ ਦੇਖੋ ਆ ਐਲਡਰ ਦੈਨ ਹੋ ਗਿਆ, ਇਹ ਵਾਲੀ ਜਿਹੜੀ ਪੇਰੈਂਟ ਆਫ, ਇਹ ਚੀਜ਼ਾਂ ਜਿਹੜੀਆਂ ਤੁਸੀਂ ਬਹੁਤ ਘੱਟ ਜਿਹੜੀਆਂ ਸੁਣਨ ਨੂੰ ਦੇਖਣ ਨੂੰ ਮਿਲੇ ਹੋਣਗੀਆਂ। ਦੈਨ ਤੁਸੀਂ ਐਟ ਦਾ ਐਂਡ ਇਹੀ ਦੇਖਣਾ ਕਿ ਸਾਡੇ ਕੋਲ ਕਨਕਲੂਜਨ ਕੀ ਪੁੱਛਿਆ ਹੋਇਆ। ਦੈਨ ਉਹਨਾਂ ਨੇ ਪੁੱਛਿਆ ਹਾਊ ਇਜ਼ ਐਚ ਰਿਲੇਟਡ ਟੂ ਐਫ। ਐਚ ਰਿਲੇਟਡ ਟੂ ਐਫ ਦੀ ਗੱਲ ਕਰਾਂਗੇ ਤਾਂ ਦੈਨ ਸਾਨੂੰ ਕੀ ਇਹ ਪੂਰੀ ਦੀ ਪੂਰੀ ਸਟੇਟਮੈਂਟ ਸਾਨੂੰ ਸੋਲਵ ਕਰਨ ਦੀ ਲੋੜ ਆ? ਨਹੀਂ ਭਾਈ, ਬਿਲਕੁਲ ਜਿਹੜੀ ਸਾਨੂੰ ਸਟੇਟਮੈਂਟ ਪੂਰੀ ਸੋਲਵ ਕਰਨ ਦੀ ਲੋੜ ਨਹੀਂ ਆ। ਸੋ ਆਪਾਂ ਇਹ ਦੇਖਾਂਗੇ ਕਿ ਐਫ ਤੇ ਐਚ ਦਾ ਰਿਲੇਸ਼ਨ ਜਿਹੜਾ ਤੁਸੀਂ ਦੇਖੋ ਕਿ ਇੱਥੇ ਤੱਕ ਆਪਾਂ ਜਿਹੜਾ ਸਿਰਫ 3 ਲੈਟਰ ਦੇ ਵਿੱਚ ਸਾਨੂੰ ਜਿਹੜੀ ਆ ਉਹ ਰਿਲੇਸ਼ਨ ਆਪਾਂ ਕੱਢ ਸਕਦੇ ਹਾਂ। ਜਾਂ ਤਾਂ ਸਾਨੂੰ ਡੀ ਦੀ ਲੋੜ ਪੈ ਸਕਦੀ ਆ, ਜਾਂ ਤਾਂ ਸਾਨੂੰ ਈ ਦੀ ਲੋੜ ਪੈ ਸਕਦੀ। ਸੀ ਤੇ ਡੀ ਦੀ ਲੋੜ ਤਾਂ ਜਿਹੜੀ ਉਹ ਪਊਗੀ ਹੀ ਨਹੀਂ। ਕਿਉਂ ਅਗਰ ਪੈ ਸਕਦੀ? ਅਗਰ ਸੈਕਿੰਡ ਐਲੀਮੈਂਟ ਦੇ ਈ ਦੀ ਲੋੜ ਕਿਉਂ ਪੈ ਸਕਦੀ? ਅਗਰ ਸੈਕਿੰਡ ਐਲੀਮੈਂਟ ਦੇ ਰਿਸਪੈਕਟ ਦੇ ਵਿੱਚ ਕਿਹਾ ਹੋਵੇ। ਡੀ ਦੀ ਗੱਲ ਕਰਾਂਗੇ ਆਪਾਂ ਅਗਰ ਸੈਕਿੰਡ ਐਲੀਮੈਂਟ ਦੇ ਰਿਸਪੈਕਟ ਦੇ ਵਿੱਚ ਕਿਹਾ ਹੋਵੇ, ਕਿਉਂਕਿ ਦੋਨੇ ਹੀ ਤੁਹਾਡੇ ਮਿਕਸ ਐਂਡ ਮੈਚ ਜਿਹੜੇ ਕਰਕੇ ਤੁਹਾਨੂੰ ਕੋਡਡ ਜਿਹੜਾ ਕਰਕੇ ਦਿੱਤਾ ਹੋਇਆ। ਸੋ ਕੀ ਦੇਖਦੇ ਹਾਂ ਆਪਾਂ ਹੁਣ? ਈ ਆਪਾਂ ਐਫ ਪਰਸੈਂਟੇਜ ਜੀ ਦੀ ਗੱਲ ਕਰਦੇ ਹਾਂ। ਐਸ परसेंटेज का मतलब कि एस इज़ द वाइफ ऑफ टी। ਇਹਦਾ मतलब ਜਿਹੜਾ फस्ट एलीमेंट आ ਉਹ फस्ट परसन ऑफ वाइफ ਕਿਹਦੀ ਆ? सैकेंड ਦੀ। सो एफ वाइफ हो जाऊगी ਕਿਹਦੀ? जी ਦੀ। सो ਇਹਦਾ मतलब जी ਦਾ जेंडर डिफाइंड हो गया। दैन डॉलर ਦਾ मीनस ਕੀ ਆ? डॉलर मीनस एच। सो ਡਾਲਰ ਮੀਨਸ ਐਲਡਰ ਦੈਨ ਟੀ। ਐਲਡਰ ਦੈਨ ਹੁਣ ਐਲਡਰ ਦੈਨ ਦਾ ਮਤਲਬ ਕੀ ਹੈ? ਇਹ ਹਮੇਸ਼ਾ ਸੇਮ ਜਨਰੇਸ਼ਨ ਦੇ ਵਿੱਚ ਐਲਡਰ ਰਹੂਗਾ, ਨਾ ਕਿ ਸਾਡਾ ਜਿਹੜੀ ਸਾਡੀ ਇੱਕ ਪੀੜ੍ਹੀ ਉੱਤੇ ਦੀ ਜਿਹੜੀ ਗੱਲ ਹੋਊਗੀ। ਸੋ ਇਹਦਾ ਮਤਲਬ ਇਹ ਆਪਸ ਦੇ ਵਿੱਚ ਜਿਹੜੇ ਭੈਣ ਭਰਾ ਹੋਗੇ, ਇਹ ਸਾਨੂੰ ਹੁਣ ਐਚ ਦਾ ਜੈਂਡਰ ਨਹੀਂ ਡਿਫਾਈਨਡ। ਸੋ ਸੇਮ ਜਨਰੇਸ਼ਨ ਦੀ ਮਤਲਬ ਐਲਡਰ ਦੀ ਗੱਲ, ਐਲਡਰ ਜਾਂ ਸ਼ਾਰਟਰ ਦੀ ਗੱਲ ਸਾਡੇ ਕੋਲ ਚੱਲੂਗੀ ਹਮੇਸ਼ਾ ਸੇਮ ਜਨਰੇਸ਼ਨ ਦੇ ਵਿੱਚ। ਸੋ ਇਹ ਤੁਹਾਡਾ ਮੋਡਰੇਟ ਲੈਵਲ ਦਾ ਕੁਐਸਚਨ ਆ। ਹੁਣ ਤੁਸੀਂ ਦੇਖੋ ਕਿ ਐਚ ਦਾ ਜੈਂਡਰ ਡਿਫਾਈਨ ਕਰਨ ਲਈ ਸਾਨੂੰ ਡੀ ਦੀ ਜਿਹੜੀ ਲੋੜ ਪੈ ਸਕਦੀ ਹੈ। ਹੈਸ਼ਟੈਗ ਦਾ ਮਤਲਬ ਕੀ ਆ? ਹੈਸ਼ਟੈਗ ਦਾ ਮਤਲਬ ਕੀ ਆ? ਐਸ ਇਜ਼ ਦਾ ਸਨ ਆਫ ਟੀ। ਇਹਦਾ ਮਤਲਬ ਜਿਹੜਾ ਫਸਟ ਐਲੀਮੈਂਟ ਆ ਉਹ ਸਨ ਕਿਹਦਾ ਆ? ਡੀ ਦਾ। ਸੋ ਫਸਟ ਐਲੀਮੈਂਟ ਸਨ ਕਿਹਦਾ ਆ? ਡੀ ਦਾ। ਸੋ ਤੁਸੀਂ ਦੇਖ ਲਓ ਕਿ ਇੱਥੇ ਹੁਣ ਡੀ ਦਾ ਜੈਂਡਰ ਨਹੀਂ ਡਿਫਾਈਨਡ, ਪਰ ਸਾਨੂੰ ਕੀ ਚਾਹੀਦਾ ਸੀਗਾ? ਹਾਊ ਇਜ਼ ਐਚ ਰਿਲੇਟਡ ਟੂ ਐਫ। ਸੋ ਐਚ ਦਾ ਜਿਹੜਾ ਸਾਨੂੰ ਜਿਹੜਾ ਪਤਾ ਲੱਗ ਜੂਗਾ। ਸੋ ਇਹ ਡੀ ਦਾ ਜਿਹੜਾ ਮੁੰਡਾ ਜਾਂ ਕੁੜੀ ਆ, ਸੌਰੀ ਆਹ ਮਤਲਬ ਡੀ ਜਿਹੜਾ ਇਹਨਾਂ ਦਾ ਡੈਡੀ ਜਾਂ ਮੰਮੀ ਆ, ਪਰ ਇਹ ਜਿਹੜਾ ਇਹਦਾ ਮੁੰਡਾ ਦੈਨ ਆਹ ਇਹਦਾ ਭਰਾ ਹੋ ਗਿਆ। ਇਹਦਾ ਮਤਲਬ ਆਹ ਛੋਟਾ ਆ, ਆਹ ਵੱਡਾ ਆ, ਆਹ ਬਿਗਰ ਆ, ਕਿਉਂਕਿ ਉਹਨਾਂ ਨੇ ਕਿਹਾ ਕਿ ਪਹਿਲਾ ਜਿਹੜਾ ਫਸਟ ਐਲੀਮੈਂਟ ਆ ਜਿਹੜਾ ਵੱਡਾ ਆ। ਸੋ ਕਿਉਂਕਿ ਇਹਦਾ ਵਿਆਹ ਹੋਇਆ ਤਾਂ ਭਾਈ ਇੱਦਾਂ ਮੰਨ ਲਓ ਇਹ ਵੱਡਾ। ਸੋ ਤੁਸੀਂ ਦੇਖ ਲਓ ਕਿ ਹਰ ਹਾਲਤ ਦੇ ਵਿੱਚ ਇਹ ਜਿਹੜੀ ਇਹਦੀ ਭਾਬੀ ਜੀ ਲੱਗੂਗੀ। ਸੋ ਇਹ ਸਾਡਾ ਜਿਹੜਾ ਆਨਸਰ ਉਹ ਹੋ ਜਾਊਗਾ, ਕੀ ਹੋ ਜਾਊਗਾ? ਬ੍ਰਦਰ ਇਨ ਲਾ ਲੱਗੂਗਾ, ਕਿਉਂਕਿ ਇਹ ਇਹਦੀ ਭਾਬੀ ਲੱਗੂਗੀ। ਪਰ ਇਹਦਾ ਆਨਸਰ ਕੀ ਪੁੱਛਿਆ? ਸੌਰੀ ਸੋ ਇਹਦਾ ਆਨਸਰ ਕੀ ਪੁੱਛਿਆ ਹੋਇਆ? ਐਚ ਦੇ ਰਿਸਪੈਕਟ ਦੇ ਵਿੱਚ ਪੁੱਛਿਆ ਹੋਇਆ ਹਾਊ ਇਜ਼ ਐਚ ਰਿਲੇਟਡ ਟੂ ਐਫ। ਸੋ ਇਹ ਸਾਡਾ ਕੀ ਹੋ ਜਾਊਗਾ? ਦੇਵਰ ਹੋ ਜਾਊਗਾ, ਨਾ ਕਿ ਜੇਠ। ਮੈਕਸਿਮਮ ਕੁਐਸਚਨ ਸਾਡੇ ਦੇਰ ਦੇ ਉੱਤੇ ਹੀ ਜਿਹੜੇ ਬਣਦੇ ਆ, ਕਿਉਂਕਿ ਇਹ ਇਹਦੇ ਤੋਂ ਛੋਟਾ। ਸੋ ਬ੍ਰਦਰ ਇਨ ਲਾ ਜਿਹੜਾ ਆਨਸਰ ਹੋ ਜਾਊਗਾ। ਅਗਰ ਐਫ ਦੇ ਰਿਸਪੈਕਟ ਦੇ ਵਿੱਚ ਪੁੱਛਿਆ ਹੁੰਦਾ ਹਾਊ ਇਜ਼ ਐਫ ਰਿਲੇਟਡ ਟੂ ਐਚ, ਦੈਨ ਕੀ ਆ ਜਾਂਦਾ? ਤੁਹਾਡਾ ਸਿਸਟਰ ਇਨ ਲਾ ਤੁਹਾਡਾ ਆਨਸਰ ਹੋ ਜਾਂਦਾ। ਆਹ ਕੁਐਸਚਨ ਵੀ ਤੁਹਾਡਾ ਸਿਮਿਲਰ ਆ। ਤੁਸੀਂ ਦੇਖੋ ਕਿ ਉਹਨਾਂ ਨੇ ਕਿਹਾ ਇਫ ਐਸ ਸਟਾਰ ਐਮ ਦਿਖਦਾ ਪਿਆ ਨਾ, ਹਾਂਜੀ ਥੋੜਾ ਵਾਈਟ ਪੋਰਸ਼ਨ ਹੋਣ ਕਰਕੇ ਬਲਰ ਕਰਦਾ ਪਿਆ, ਧਿਆਨ ਦੇ ਨਾਲ ਦੇਖਿਓ, ਇਹਨੂੰ ਸੈੱਟ ਕਰ ਲਵਾਂਗੇ ਜ਼ਰੂਰ ਆਪਾਂ। ਸੋ ਇਹਦੇ ਵਿੱਚ ਕੀ ਹੋ ਜਾਊਗਾ? ਐਟ ਦਾ ਰੇਟ। ਸੋ ਇਹਦੇ ਵਿੱਚ ਪੁੱਛਿਆ ਦਾ ਏਜ ਆਫ ਐਮ ਇਜ਼ 35 ਈਅਰ ਐਂਡ ਐਨ ਇਜ਼ 18 ਈਅਰ। ਦੈਨ ਵਟ ਲਿਖਿਆ ਵਟ ਇਜ਼ ਦਾ ਪ੍ਰੋਬੇਬਲ ਏਜ ਆਫ ਆਰ। ਸੋ ਪ੍ਰੋਬੇਬਲ ਏਜ ਸਾਡੇ ਕੋਲ ਪੁੱਛੀ ਆ, ਆਹ ਤੁਸੀਂ ਕਰ ਲਿਓ।
B ਐਂਡ C ਆਨਸਰ ਤਾਂ ਤੁਹਾਨੂੰ ਫਿਰ ਮੈਨੂੰ ਲੱਗਦਾ ਕਿ ਜਿਹੜਾ ਪਤਾ ਲੱਗ ਹੀ ਹੋਣਾ। ਸੋ ਆਹ ਸਿੰਗਲ ਸਟੇਟਮੈਂਟ ਦਾ ਸਾਡੇ ਅਸੀਂ ਬੜੇ ਪਿਆਰ ਦੇ ਨਾਲ ਸੋਲਵ ਕਰ ਸਕਦੇ ਹਾਂ। ਸੋ ਕੀ ਲਿਖਿਆ ਹੋਇਆ ਸਟਾਰ ਦਾ ਮੀਨਸ ਕੀ ਆ, S ਇਜ਼ ਦਾ ਹਸਬੈਂਡ ਆਫ T, ਮਤਲਬ ਫਸਟ ਐਲੀਮੈਂਟ ਜਿਹੜਾ ਆ ਉਹ ਫਸਟ ਪਰਸਨ ਜਿਹੜਾ ਹਸਬੈਂਡ ਕਿਹਦਾ ਹੈ, ਸੈਕੰਡ ਐਲੀਮੈਂਟ ਦਾ ਮਤਲਬ M ਫੀਮੇਲ ਹੋ ਜੂਗੀ, S ਮੇਲ ਹੋ ਜੂਗਾ। ਐਟ ਦਾ ਰੇਟ ਦਾ ਮਤਲਬ ਕੀ ਹੈ, T ਇਜ਼ ਦਾ ਚਾਈਲਡ ਆਫ S। ਹੁਣ ਇਹਦੇ ਵਿੱਚ ਧਿਆਨ ਨਾਲ ਦੇਖਿਓ ਕਿ ਜਿਹੜਾ ਐਟ ਦਾ ਰੇਟ ਦਾ ਮਤਲਬ ਕਿ ਜਿਹੜਾ ਸੈਕੰਡ ਐਲੀਮੈਂਟ ਆ, ਜਿਹੜਾ ਸੈਕੰਡ ਐਲੀਮੈਂਟ ਆ ਉਹ ਜਿਹੜਾ ਸੈਕੰਡ ਐਲੀਮੈਂਟ ਆ ਉਹ ਚਾਈਲਡ ਕਿਹਦਾ ਆ, S ਦਾ। ਸੋ ਚਾਈਲਡ ਦੀ ਗੱਲ ਚੱਲੀ ਤਾਂ ਹੁਣ ਸਾਨੂੰ ਪਤਾ ਕਿ R ਨਾ ਤਾਂ ਸਾਨੂੰ ਪਤਾ ਕਿ ਮੇਲ ਆ ਨਾ ਤਾਂ ਫੀਮੇਲ ਆ। ਤੁਸੀਂ ਇੱਕ ਚੀਜ਼ ਧਿਆਨ ਦੇ ਨਾਲ ਦੇਖਿਓ ਕਿਉਂਕਿ ਅਗਲੀ ਸਟੇਟਮੈਂਟ ਤੋਂ ਸ਼ਾਇਦ ਪਤਾ ਲੱਗ ਸਕਦਾ, ਪਰ ਚਾਈਲਡ ਦੀ ਗੱਲ ਚੱਲੀ ਹੈ ਤਾਂ ਚਾਈਲਡ ਸਾਡਾ ਆਪਾਂ ਦੋਨੋਂ ਬੇਸਿਕ ਮੰਨ ਕੇ ਚੱਲਦੇ ਆ, ਜਾਂ ਮੇਲ ਜਾਂ ਫੀਮੇਲ। ਟਰਾਂਸਜੈਂਡਰ ਦੀ ਆਪਾਂ ਜਿਹੜੀ ਗੱਲ ਨਹੀਂ ਕਰਦੇ, ਥਰਡ ਸੈਕਸ ਦੀ ਆਪਾਂ ਗੱਲ ਜਿਹੜੀ ਨਹੀਂ ਕਰ ਸਕਦੇ, ਮੁੰਡਾ ਜਾਂ ਕੁੜੀ, ਸਿਰਫ ਚਾਈਲਡ ਸਾਨੂੰ ਪਤਾ ਕਿ ਜਿਹੜਾ ਫਸਟ ਪਰਸਨ ਦਾ ਜਿਹੜਾ ਉਹ ਦੂਸਰਾ ਪਰਸਨ ਜਿਹੜਾ ਫਸਟ ਪਰਸਨ ਦਾ ਚਾਈਲਡ ਹੈ। ਹੁਣ ਡਾਲਰ ਦਾ ਮੀਨਸ ਕੀ ਹੈ, ਡਾਲਰ ਦਾ ਮੀਨਸ ਆਪਾਂ ਪੜ੍ਹ ਕੇ ਆਏ ਸੀ ਐਲਡਰ ਦੈਨ T। ਐਲਡਰ ਦੈਨ T ਮਤਲਬ ਜਿਹੜਾ ਫਸਟ ਪਰਸਨ ਆ ਉਹ ਐਲਡਰ ਦੈਨ T ਆ। ਹੁਣ ਮੇਲ ਫੀਮੇਲ ਹੱਲੇ ਵੀ ਇਹਦਾ ਜੈਂਡਰ ਜਿਹੜਾ ਡਿਫਾਈਨਡ ਨਹੀਂ ਹੋਇਆ, ਨਾ ਤਾਂ ਫਿਲਹਾਲ ਐਨ ਦਾ ਜੈਂਡਰ ਡਿਫਾਈਨਡ ਹੋਇਆ, ਪਰ ਇੰਨਾ ਪਤਾ ਇਹਦੇ ਤੋਂ ਬਿਗਰ ਆ ਇਹਦੇ ਤੋਂ ਸਮਾਲਰ ਆ। R ਵੱਡਾ ਹੋਊਗਾ ਚਾਹੇ ਵੱਡੀ ਹੋਊਗੀ N ਤੋਂ ਹਮੇਸ਼ਾ। ਦੈਨ ਹੈਸ਼ਟੈਗ ਦਾ ਮਤਲਬ ਕੀ ਆ, ਹੈਸ਼ਟੈਗ S ਇਜ਼ ਦਾ ਸਨ ਆਫ T, ਮਤਲਬ ਜਿਹੜਾ ਪਹਿਲਾ ਪਰਸਨ ਆ ਉਸ ਸਨ ਕਿਹਦਾ, ਸੈਕੰਡ ਐਲੀਮੈਂਟ ਦਾ। ਤੁਸੀਂ ਦੇਖ ਲਓ ਕਿ S ਤਾਂ ਸਾਡੇ ਕੋਲ ਆਲਰੇਡੀ ਮੌਜੂਦ ਆ, ਇਹਦਾ ਮਤਲਬ N ਦਾ ਜੈਂਡਰ ਡਿਫਾਈਨਡ ਹੋ ਗਿਆ, ਕਿਉਂਕਿ N ਤਾਂ ਸਾਡਾ ਜਿਹੜਾ ਸਨ ਆ, ਅਗਰ ਇੱਧਰ ਵੀ ਤੁਸੀਂ ਬਣਾਓਗੇ ਤਾਂ ਤੁਹਾਨੂੰ ਸ਼ਫਲ ਕਰਨਾ ਪੈਣਾ। ਸੋ ਇਹ ਸਾਡੀ ਸਟੇਟਮੈਂਟ ਬਣ ਕੇ ਆ ਗਈ, N ਦਾ ਜਿਹੜਾ ਜੈਂਡਰ ਡਿਫਾਈਨਡ ਪੂਰੇ ਦਾ ਪੂਰਾ ਨਹੀਂ ਹੋਇਆ। ਦੈਨ ਉਸ ਤੋਂ ਬਾਅਦ ਅਗਲੀ ਸਟੇਟਮੈਂਟ ਉਹਨਾਂ ਨੇ ਕਹੀ ਗਈ ਹੈ FM ਇਜ਼ 35 ਈਅਰ, ਦੈਨ 35 ਸਾਲਾਂ ਦੀ ਉਹਦੀ ਮੰਮੀ ਹੋ ਗਈ, N ਇਜ਼ 18 ਸਾਲ। ਤੁਸੀਂ ਇੱਕ ਦੇਖੋ ਕਿ ਮੰਮੀ ਤੋਂ ਤਾਂ ਆਪਣੀ ਤੋਂ ਛੋਟਾ ਹੋਊਗਾ, ਪਰ ਆਪਣੇ ਭਰਾ ਤੋਂ ਜਾਂ ਵੱਡਾ ਹੋਊਗਾ ਜਾਂ ਵੱਡੀ ਹੋਊਗੀ। ਤੁਸੀਂ ਦੇਖ ਲਓ ਕਿ 18 ਤੋਂ 35 ਤੱਕ ਜਿਹੜਾ ਵੀ ਸਾਨੂੰ ਲੈਟਰ ਦਿੱਤਾ ਹੋਊਗਾ, ਨੰਬਰ ਦਿੱਤਾ ਹੋਊਗਾ ਏਜ ਦਾ, ਉਹ ਸਾਡਾ ਆਨਸਰ ਹੋ ਜਾਊਗਾ। ਕਿਵੇਂ ਸਾਡਾ ਆਨਸਰ ਹੋ ਜਾਊਗਾ, ਦੇਖ ਸਕਦੇ ਤੁਸੀਂ ਕਿ 17 ਸਾਲ ਤਾਂ ਹੋ ਨਹੀਂ ਸਕਦਾ, 17 ਸਾਲ ਹੋ ਗਿਆ ਤਾਂ ਇਹਦੇ ਤੋਂ ਛੋਟਾ ਹੋ ਜਾਊਗਾ। 19 ਸਾਲ, ਕੀ ਇਹ 19 ਸਾਲਾਂ ਦਾ ਹੋ ਸਕਦਾ ਜਾਂ ਹੋ ਸਕਦੀ ਹੈ, ਬਿਲਕੁਲ ਜਿਹੜੀ ਹੋ ਸਕਦੀ। ਕੀ ਇਹ 20 ਸਾਲਾਂ ਦਾ ਹੋ ਸਕਦਾ, ਹਾਂਜੀ ਹੋ ਸਕਦਾ। ਇਹਦੇ ਤੋਂ ਵੱਡਾ ਚਾਹੀਦਾ ਪਰ ਮੰਮੀ ਆਪਣੀ ਤੋਂ ਛੋਟਾ। ਜ਼ਾਹਿਰ ਜੀ ਗੱਲ ਹੈ ਕਿ ਬੱਚੇ ਆਪਣੇ ਮਾਪੇ ਤੋਂ ਛੋਟੇ ਹੀ ਹੁੰਦੇ ਆ। ਸੋ 19 ਜਾਂ 20 ਇਸ ਕੁਐਸਚਨ ਦਾ ਜਿਹੜਾ ਆਨਸਰ ਆਪਸ਼ਨ ਨੰਬਰ D, ਬੋਥ B ਐਂਡ C ਕਨਕਲੂਜਨ ਵਿਲ ਬੀ ਫੋਲੋ ਯੂਰ ਆਨਸਰ ਹੋ ਜਾਊਗਾ। ਹੋਪਸ ਤੁਹਾਨੂੰ ਸਮਝ ਲੱਗਾ ਹੋਊਗਾ। ਲਾਸਟ ਕੁਐਸਚਨ ਹੈ ਇਸ ਸੀਰੀਜ਼ ਦਾ, ਮਤਲਬ ਅੱਜ ਦੇ ਸੈਸ਼ਨ ਦਾ ਵੀ, ਤੇ ਇਹ ਜਿਹੜਾ ਤੁਹਾਡਾ ਬਲੱਡ ਰਿਲੇਸ਼ਨ ਦਾ ਜਿਹੜਾ 3 ਕੁਐਸਚਨ ਜਿਹੜੇ ਸੀਗੇ ਤੁਹਾਡੇ ਮੋਡਰੇਟ ਲੈਵਲ ਦੇ, ਉਹਦੇ ਵਿੱਚ ਕੀ ਪੁੱਛਿਆ ਹੋਇਆ। ਮੋਡਰੇਟ ਲੈਵਲ ਦੇ ਤਾਂ ਕਿਉਂਕਿ ਚਾਈਲਡ ਤੇ ਪੇਰੈਂਟ ਵਾਲੀ ਗੱਲ ਤੁਸੀਂ ਬਹੁਤ ਘੱਟ ਜਿਹੜੀ ਸੁਣੀ ਹੋਣੀ ਹੈ। ਸੋ W ਪਰਸੈਂਟੇਜ ਦਾ, ਇਹਦਾ ਪਰਸੈਂਟੇਜ ਦਾ ਮਤਲਬ ਸਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਜਿਹੜਾ ਵਾਈਫ ਲਿਖਿਆ ਹੋਇਆ, ਇਹਦਾ ਮਤਲਬ ਫਸਟ ਐਲੀਮੈਂਟ ਜਿਹੜਾ ਆ, ਫਸਟ ਪਰਸਨ ਜਿਹੜਾ ਵਾਈਫ ਆ ਕਿਹਦੀ, ਸੈਕੰਡ ਦੀ। ਸੋ ਇਹਨਾਂ ਦੇ ਵਿੱਚ ਹਸਬੈਂਡ ਵਾਈਫ ਦਾ ਜਿਹੜਾ ਉਹ ਰਿਲੇਸ਼ਨ ਹੋ ਜਾਊਗਾ। ਦੈਨ ਐਟ ਦਾ ਰੇਟ ਦਾ ਮਤਲਬ ਸਾਨੂੰ ਪਤਾ, ਐਟ ਦਾ ਰੇਟ T ਇਜ਼ ਦਾ ਚਾਈਲਡ ਆਫ S। ਸੋ ਸੈਕੰਡ ਐਲੀਮੈਂਟ ਜਿਹੜਾ ਚਾਈਲਡ ਕਿਹਦਾ, ਫਸਟ ਦਾ। ਸੈਕੰਡ ਐਲੀਮੈਂਟ ਜਿਹੜਾ ਚਾਈਲਡ ਆ ਫਸਟ ਦਾ। ਮੇਲ ਫੀਮੇਲ ਸਾਨੂੰ ਨਹੀਂ ਪਤਾ, ਕੀ ਸਾਨੂੰ ਅਗਲੀ ਚੀਜ਼ ਤੋਂ ਪਤਾ ਲੱਗ ਸਕਦਾ। ਦੈਨ ਕੀ ਕੀਤੀ ਆ, ਸਟਾਰ ਦੀ ਗੱਲ ਕੀਤੀ, S ਇਜ਼ ਦਾ ਹਸਬੈਂਡ ਆਫ T। ਹਾਂ ਬਿਲਕੁਲ। ਸੋ ਇਹਦਾ ਮਤਲਬ ਪਤਾ ਲੱਗ ਗਿਆ ਕਿ ਫਸਟ ਐਲੀਮੈਂਟ ਜਿਹੜਾ ਉਹ ਹਸਬੈਂਡ ਆ, ਫਸਟ ਪਰਸਨ ਜਿਹੜਾ ਐਲੀਮੈਂਟ ਬੋਲ ਰਿਹਾ ਮੈਂ। ਦੈਨ ਇਹ ਸਾਡੇ ਕੋਲ ਸਟਰਕਚਰ ਬਣ ਕੇ ਆ ਗਈ। ਦੈਨ ਉਸ ਤੋਂ ਬਾਅਦ ਕੀ ਪੁੱਛਿਆ ਸਾਨੂੰ, ਹਾਊ W ਇਜ਼ ਰਿਲੇਟਡ ਟੂ J। W ਫੀਮੇਲ ਦੇ ਵਿੱਚ ਆਨਸਰ ਆ ਜਾਊਗਾ। J ਦੀ ਹੁਣ ਇਹਦੀ ਇਹ ਮੰਮੀ ਲੱਗਦੀ ਪਈ ਹੈ, ਤਾਂ ਦੈਨ ਇਹਦੀ ਕੀ ਲੱਗੂਗੀ, ਸੱਸ, ਮਦਰ ਇਨ ਲਾਅ। ਇਸ ਕੁਐਸਚਨ ਦਾ ਜਿਹੜਾ ਸਾਡਾ ਆਨਸਰ ਉਹ ਹੋ ਜਾਊਗਾ। ਹੋਪ ਸੋ ਤੁਹਾਨੂੰ ਇਹ ਜਿਹੜਾ ਸੈਸ਼ਨ ਜ਼ਰੂਰ ਪਸੰਦ ਆਏਗਾ ਤੇ ਕੁਐਸਚਨ ਵੀ ਸਾਰੇ ਦੇ ਸਾਰੇ ਸਮਝ ਲੱਗ ਗਏ ਹੋਣੇ ਆ। ਬਾਕੀ ਇਸੇ ਤਰ੍ਹਾਂ ਤੁਹਾਨੂੰ ਨਵੇਂ ਸੈਸ਼ਨ ਜਿਹੜੇ ਮਿਲਦੇ ਰਹਿਣਗੇ। ਬਾਕੀ ਨੌਨ ਵਰਬਲ ਰੀਜ਼ਨਿੰਗ ਦਾ ਵੀ ਤੁਹਾਡਾ ਇਲਾਜ ਮਿਲ ਜੂਗਾ ਤੁਹਾਨੂੰ, ਕਿਉਂਕਿ ਆਪਣੇ ਨੌਨ ਵਰਬਲ ਰੀਜ਼ਨਿੰਗ ਦੇ ਜਿਹੜੇ ਆ ਉਹ ਫਿਗਰ ਬੇਸ ਤੇ ਹੀ ਜਿਹੜੇ ਸਾਡੇ ਕੁਐਸਚਨ ਪੁੱਛੇ ਜਾਂਦੇ। ਬਾਕੀ ਮਿਰਰ ਇਮੇਜ, ਵਾਟਰ ਇਮੇਜ, ਠਰਮਾ ਰੱਖਿਓ, ਸਾਰਾ ਕੁਝ ਤੁਹਾਨੂੰ ਇਸ ਸੀਰੀਜ਼ਾਂ ਦੇ ਵਿੱਚ ਜਿਹੜਾ ਮਿਲਦਾ ਰਹੂਗਾ। MCQ ਦੀ ਫਾਰਮ ਦੇ ਵਿੱਚ ਤੁਹਾਡਾ ਸਿਲੇਬਸ ਜਿਹੜਾ ਸਾਰਾ ਕੰਪਲੀਟ ਹੋ ਜਾਊਗਾ। ਸੋ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ, ਤੇ ਰੇਸ ਅਕੈਡਮੀ ਅਫੀਸ਼ੀਅਲ ਦੀ ਐਪਲੀਕੇਸ਼ਨ ਨੂੰ ਜ਼ਰੂਰ ਇੰਸਟਾਲ ਕਰੋ ਬੇਸਿਕ ਦੇ ਲਈ ਪੜ੍ਹਨ ਤੋਂ। ਹੋਰ ਵੀ ਕਾਲ ਵਗੈਰਾ ਤੁਸੀਂ ਸਾਰਾ ਕੁਝ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਤਾ ਸੀ। ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਅਗਰ ਨਵੇਂ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ, ਬਾਏ ਬਾਏ, ਟੇਕ ਕੇਅਰ, ਮਿਸ ਯੂ।